ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਕਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕੁਰਬਾਨ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ ਜੀ ਦਇਆ ਪਰਮਾਨ। ਜਿਸਨੂੰ ਦੇਵ ਦਇਆ ਕਰ ਸੋਈ ਪੁਰਖ ਸੁਝਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਨੂੰ ਸਭਨਾਂ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਅੱਜ ਮਾਘ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸਾਧ ਸੰਗਤ ਜੀ, ਆਪਾਂ ਨੇ ਮਾਘ ਦੇ ਮਹੀਨੇ ਦੀ ਸੰਗਰਾਂਦ ਦੀ ਵਿਚਾਰ ਸਾਂਝੀ ਕਰਨੀ ਹੈ। ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਸਾਰੇ ਹੀ ਗੱਜ ਵੱਜ ਕੇ ਸਤਿਗੁਰੂ ਮਹਾਰਾਜ ਜੀ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਾਧ ਸੰਗਤ ਜੀ, ਮਾਘ ਦੇ ਮਹੀਨੇ ਦਾ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸਾਧ ਸੰਗਤ ਜੀ, ਅੱਜ ਦੇ ਦਿਨ ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਮਨਾਇਆ ਜਾਂਦਾ ਹੈ। ਭਾਵੇਂ ਸਾਧ ਸੰਗਤ ਜੀ ਜਿਹੜੇ ਗੁਰਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਮੁਕਤਸਰ ਸਾਹਿਬ ਦੇ ਜੰਗ ਵਿੱਚ, ਉਹ ਭਾਵੇਂ ਜੰਗ ਗਰਮੀਆਂ ਦੇ ਵਿੱਚ ਹੋਇਆ ਸੀ, ਪਰ ਖਾਲਸਾ ਪੰਥ ਨੇ ਇਹ ਫੈਸਲਾ ਕੀਤਾ ਹੈ ਕਿ ਜੋ ਉਹ ਦਿਹਾੜਾ ਹੈ ਉਹ ਮਾਘ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਹੀ ਮਨਾਇਆ ਜਾਇਆ ਕਰੇਗਾ। ਸੋ ਸਾਧ ਸੰਗਤ ਜੀ, ਮੁਕਤਸਰ ਸਾਹਿਬ ਦਾ ਜੰਗ ਹੋਇਆ। ਜੰਗ ਦੇ ਵਿੱਚ
40 ਸਿੰਘ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਔਰ ਮਾਈ ਭਾਗੋ ਜੀ ਉਹਨਾਂ ਦੇ ਵੀ ਬਹੁਤ ਜ਼ਖਮ ਹੋਏ, ਫੱਟੜ ਹੋ ਗਏ ਜਾਣੇ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਉੱਥੇ ਤੀਰਾਂ ਦੀ ਵਰਖਾ ਕਰਦੇ ਰਹੇ। ਜਦੋਂ ਜੰਗ ਦੀ ਸਮਾਪਤੀ ਹੋਈ ਤਾਂ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਾਹਲੀ ਦੇ ਨਾਲ ਭਾਈ ਮਹਾਂ ਸਿੰਘ ਜੀ ਦੇ ਪਾਸ ਆਏ। ਦੇਖਿਆ ਕਿ ਮਹਾਂ ਸਿੰਘ ਜੀ ਮੂਰਛਤ ਹੈ ਤੇ ਮਹਾਰਾਜ ਜੀ ਦੇ ਹਸਤ ਕਮਲ ਜਦੋਂ ਉਹਨਾਂ ਨੂੰ ਲੱਗੇ, ਮਹਾਰਾਜ ਨੇ ਉਸ ਦਾ ਸਿਰ ਆਪਣੇ ਪੱਟਾਂ ਦੇ ਉੱਪਰ ਰੱਖ ਲਿਆ ਤਾਂ ਕੋਈ ਚੇਤਨਤਾ ਹੀ ਆਈ। ਭਾਈ ਮਹਾਂ ਸਿੰਘ ਜੀ ਨੇ ਦੇਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੋਦ ਵਿੱਚ ਮੇਰਾ ਸੀਸ ਪਿਆ ਹੈ। ਮੋਹਿ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਸੋ ਗੁਰੂ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੀ ਇਹ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਸਨ। ਸੋ ਮਹਾਰਾਜ ਜੀ ਨੇ ਆਖਿਆ ਭਾਈ ਮਹਾਂ ਸਿੰਘ ਦੇ ਹੱਥ ਜੁੜ ਗਏ, ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ ਭਾਈ ਮਹਾਂ ਸਿੰਘ ਜੀ ਦੇ। ਭਾਈ ਮਹਾਂ ਸਿੰਘ ਜੀ ਨੂੰ ਆਖਿਆ ਕਿ ਬੋਲ ਭਾਈ, ਤੇਰੀ ਉਮਰ ਲੰਬੀ ਕਰ ਦਈਏ, 4 ਯੁੱਗਾਂ ਦੀ ਤੇਰੀ ਉਮਰ ਕਰ ਦਈਏ, ਤੈਨੂੰ ਬ੍ਰਹਮ ਲੋਕ ਦਾ ਸੁੱਖ ਦੇ ਦਈਏ, ਤੈਨੂੰ ਸਵਰਗ ਦਾ ਸੁੱਖ ਦੇ ਦਈਏ। ਭਾਈ ਮਹਾਂ ਸਿੰਘ ਦੇ ਹੱਥ ਜੁੜ ਗਏ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ, ਔਰ ਅਗਰ ਆਪ ਜੀ ਤਰੁੱਠੇ ਹੋਣ ਤਾਂ ਜਿਹੜਾ ਬੇਦਾਵੇ ਦਾ ਕਾਗਜ਼ ਹੈ ਉਹ ਪਾੜ ਦਿਓ ਮਹਾਰਾਜ। ਤੇ ਮਹਾਰਾਜ ਜੀ ਨੇ ਆਖਿਆ ਤਾਂ ਹੋਰਾਂ ਦਾ ਕੀ ਲੈਣਾ ਹੈ, ਤੂੰ ਆਪਣੀ ਕੇਵਲ ਮੁਕਤੀ ਕਰਵਾ ਲੈ। ਭਾਈ ਮਹਾਂ ਸਿੰਘ ਨੇ ਆਖਿਆ ਨਹੀਂ ਮਹਾਰਾਜ, ਸਾਰਿਆਂ ਵਾਸਤੇ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਮੁਕਤੀ ਦਾ ਆਪ ਕਿਰਪਾ ਕਰਕੇ ਦਰਵਾਜ਼ਾ ਖੋਲ ਦੇਵੋ। ਸੱਚੇ ਪਾਤਸ਼ਾਹ ਜੀ ਉਹ ਬੇਦਾਵਾ ਜੋ ਅਸੀਂ ਲਿਖ ਕਰਕੇ ਦੇ ਕਰਕੇ ਗਏ ਸੀ, ਉਹ ਬੇਦਾਵੇ ਦਾ ਆਪ ਕਾਗਜ਼ ਪਾੜ ਦਿਓ। ਮਹਾਰਾਜ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜ ਦਿੱਤਾ ਔਰ ਸੁੱਟ ਦਿੱਤਾ। ਮਹਾਰਾਜ ਨੇ ਆਖਿਆ ਕਿ ਭਾਈ ਤੁਸੀਂ ਹੁਣ ਮੁਕਤ ਰੂਹਾਂ ਹੋ ਗਈਆਂ। ਤੇ ਮਹਾਰਾਜ ਨੇ ਆਖਿਆ ਕਿ ਭਾਈ ਮਹਾਂ ਸਿੰਘ, ਤੂੰ ਮਾਝੇ ਦੀ ਸਿੱਖੀ ਰੱਖ ਲਈ ਹੈ ਤੇ ਮਾਝੇ ਦੇ ਵਿੱਚੋਂ ਹੁਣ ਹੋਰ ਬੇਅੰਤ ਯੋਧੇ ਸੂਰਮੇ ਪੈਦਾ ਹੋਇਆ ਕਰਨਗੇ, ਤੂੰ ਲਾਜ ਰੱਖ ਲਈ ਮਾਝੇ ਦੀ। ਸੋ ਭਾਈ ਮਹਾਂ ਸਿੰਘ ਜੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਕਰਦੇ ਸ਼ਹੀਦੀ ਪ੍ਰਾਪਤ ਕਰ ਗਏ। ਸੋ ਸਾਧ ਸੰਗਤ ਜੀ, ਉਸ ਸਥਾਨ ਦੇ ਉੱਪਰ ਇੱਕ ਢਾਬ ਹੋਇਆ ਕਰਦੀ ਸੀ। ਉਹ ਢਾਬ ਦਾ ਜਿਹੜਾ ਜਲ ਸੀ, ਮਹਾਰਾਜ ਨੇ ਉਸ ਨੂੰ ਮੁਕਤਸਰ ਸਰੋਵਰ ਦਾ ਨਾਮ ਦਿੱਤਾ। ਮਹਾਰਾਜ ਜੀ ਨੇ ਆਖਿਆ ਜੋ ਵੀ ਸ਼ਰਧਾ ਸਹਿਤ ਇੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਕਿ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਏਗੀ। ਸੋ ਲੋੜ ਹੈ ਭਾਈ ਸਾਨੂੰ ਸ਼ਰਧਾ ਰੱਖਣ ਦੀ, ਗੁਰੂ ਦੇ ਬਚਨਾਂ ਦੇ ਉੱਪਰ ਸਾਨੂੰ ਭਰੋਸਾ ਕਰਨ ਦੀ ਲੋੜ ਹੈ। ਸੋ ਇਸ ਤਰੀਕੇ ਨਾਲ ਉਹਨਾਂ 40 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਔਰ ਮਾਈ ਭਾਗੋ ਜੀ ਵੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ। ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਮਾਈ ਭਾਗੋ ਜੀ ਦੇ ਉੱਪਰ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਹੀ ਉਸ ਦੀ ਸਾਰੀ ਪੀੜਾ ਹਰ ਲਈ। ਔਰ ਉਸ ਤੋਂ ਬਾਅਦ ਮਾਈ ਭਾਗੋ ਜੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੀ ਫਿਰ ਦਮਦਮਾ ਸਾਹਿਬ ਜਾਂਦੇ ਨੇ। ਉਸ ਤੋਂ ਬਾਅਦ ਫਿਰ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਨਾਲ ਹੀ ਜਾਂਦੇ ਨੇ। ਸੋ ਇਹਨਾਂ ਨੇ ਆਪਣਾ ਸਰੀਰ ਤਿਆਗਿਆ ਹੈ ਹਜ਼ੂਰ ਸਾਹਿਬ ਦੀ ਧਰਤੀ 'ਤੇ। ਉੱਥੇ ਇਹਨਾਂ ਦਾ ਗੁੰਗਾ ਬਣਿਆ ਹੋਇਆ ਹੈ, ਜਾਣੀ ਗੁਰਦੁਆਰਾ ਸਾਹਿਬ ਇਹਨਾਂ ਦੇ ਨਾਮ 'ਤੇ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਇਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਖਾਲਸਾ ਪੰਥ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਹੋਇਆ
ਮਾਘ ਦੇ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਜਾਣੀ ਮਾਘੀ ਦਾ ਦਿਹਾੜਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਮਨਾਇਆ ਜਾਂਦਾ ਹੈ। ਬੇਅੰਤ ਸੰਗਤਾਂ ਉੱਥੇ ਜਾ ਕੇ ਨਮਸਕਾਰਾਂ ਕਰਦੀਆਂ ਨੇ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸੋ ਸਾਧ ਸੰਗਤ ਜੀ, ਇਹ ਸੀ ਪ੍ਰਸੰਗ ਮਾਘੀ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਸ ਤਰ੍ਹਾਂ ਇਹ ਜੰਗ ਵਿੱਚ ਫਤਿਹ ਪ੍ਰਾਪਤ ਕੀਤੀ ਔਰ ਫੌਜਾਂ ਦੌੜ ਗਈਆਂ ਅਤੇ ਮਹਾਰਾਜ ਜੀ ਦੀ ਜਿੱਤ ਹੋਈ। ਸੋ ਮੁਕਤਸਰ ਸਾਹਿਬ ਦਾ ਮਹਾਰਾਜ ਜੀ ਜੰਗ ਕਰਕੇ ਫਿਰ ਅੱਗੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਚਾਲੇ ਪਾਉਂਦੇ ਨੇ। ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ ਹਨ। ਮਹਾਰਾਜ ਜੀ ਨੇ ਦੇਖੋ ਇਤਨੀ ਸਾਨੂੰ ਸਸਤਾ ਸੌਦਾ ਦੇ ਦਿੱਤਾ ਕਿ ਜਿਹੜਾ ਸਿੱਖ ਸ਼ਰਧਾ ਨਾਲ, ਭਾਵਨਾ ਦੇ ਨਾਲ, ਭਰੋਸੇ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਏਗੀ। ਸੋ ਸਾਧ ਸੰਗਤ ਜੀ, ਹੁਣ ਆਪਾਂ ਨੇ ਵਿਚਾਰ ਕਰਨੀ ਹੈ ਜਿਹੜਾ ਕਿ ਮਹੀਨਾ ਹੈ ਮਾਘ ਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਮਾਝ ਰਾਗ ਦੇ ਵਿੱਚ ਜੋ ਫਰਮਾਨ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਰਲ ਮਿਲ ਕੇ ਉਸ ਦੀ ਵਿਚਾਰ ਸਾਂਝੀ ਕਰੀਏ ਜੀ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਾਧ ਸੰਗਤ ਜੀ, ਮਾਘ ਦੇ ਮਹੀਨੇ ਦੇ ਵਿੱਚ ਹਿੰਦੂ ਲੋਕ ਵੀ ਬਹੁਤ ਜ਼ਿਆਦਾ ਜੋ ਤ੍ਰਿਵੇਣੀ ਹੈ, ਪ੍ਰਯਾਗਰਾਜ ਹੈ, ਉਸ ਉੱਪਰ ਜਾ ਕਰਕੇ ਇਸ਼ਨਾਨ ਕਰਦੇ ਨੇ। ਬਹੁਤ ਜ਼ਿਆਦਾ ਮਹਾਤਮ ਦੱਸਿਆ ਹੈ ਕਿ ਤੀਰਥਾਂ ਦੇ ਉੱਪਰ ਜਾ ਕੇ, ਪ੍ਰਯਾਗਰਾਜ ਉੱਪਰ ਜਾ ਕੇ ਇਸ਼ਨਾਨ ਕਰਨ ਦਾ ਬਹੁਤ ਮਹਾਤਮ ਹੈ। ਪਰ ਮੇਰੇ ਸਤਿਗੁਰੂ ਮਹਾਰਾਜ ਜੀ ਬਹੁਤ ਵੱਡੀ ਬਖਸ਼ਿਸ਼ ਕਰਦੇ ਨੇ ਕਿ ਭਾਈ ਮਾਘ ਦੇ ਮਹੀਨੇ ਵਿੱਚ ਤੁਸੀਂ ਕੀ ਕਰਨਾ ਹੈ। ਮਹਾਰਾਜ ਜੀ ਆਖਦੇ ਨੇ, ਮਾਘ ਮੱਝਨ ਸੰਗ ਸਾਧੂਆਂ, ਸਾਧੂਆਂ ਦੇ ਨਾਲ ਮਿਲ ਕੇ ਤੁਸੀਂ ਮੱਝਨ ਕਰਨਾ ਹੈ, ਭਾਵ ਕਿ ਪਵਿੱਤਰ ਜਿਹੜੀ ਚੂਬੀ ਲਾਉਣੀ ਹੈ ਉਹ ਤੁਸੀਂ ਸਾਧੂਆਂ ਦੇ ਸੰਗ ਦੇ ਵਿੱਚ, ਉਹਨਾਂ ਦੀ ਚਰਨ ਧੂੜ ਦੇ ਵਿੱਚ ਲਾਉਣੀ ਹੈ। ਉਹਨਾਂ ਦੀ ਚਰਨ ਧੂੜ ਵਿੱਚ ਤੁਸੀਂ ਇਸ਼ਨਾਨ ਕਰਨਾ ਹੈ। ਸੋ ਜਿਹੜਾ ਤੀਰਥ ਹਨ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ, ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਤੀਰਥ 68 ਮੱਜਨ ਨਹਾਈ, ਸਤਸੰਗਤ ਕੀ ਧੂਰ ਪਰੀ ਉਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸੋ ਸੰਗਤ ਦੀ ਧੂੜੀ, ਉਸ ਦੇ ਵਿੱਚ ਇਸ਼ਨਾਨ ਕਰਨਾ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜਿਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਅਸੀਂ ਤੱਪੜਾਂ ਨੂੰ ਝਾੜਦੇ ਹਾਂ, ਫਿਰ ਉੱਥੋਂ ਜਿਹੜੀ ਧੂੜੀ ਉੱਠਦੀ ਹੈ, ਉਹ ਧੂੜੀ ਸਾਡੀ ਨੇਤਰਾਂ ਵਿੱਚ ਪੈਂਦੀ ਹੈ, ਸਾਡੇ ਸਰੀਰ 'ਤੇ ਪੈਂਦੀ ਹੈ। ਮਹਾਰਾਜ ਕਹਿੰਦੇ ਇਸ ਦੇ ਨਾਲ ਤਨ ਤੇ ਮਨ ਪਵਿੱਤਰ ਹੋ ਜਾਇਆ ਕਰਦਾ ਹੈ, ਕਿਉਂਕਿ ਜਿਹੜੀ ਧੂੜੀ ਹੈ ਨਾ, ਉਹ ਗੁਰਮੁਖਾਂ ਦੀ ਧੂੜੀ, ਸੰਗਤਾਂ ਦੀ ਧੂੜੀ ਹੁੰਦੀ ਹੈ। ਉਸ ਦਾ ਸਾਨੂੰ ਜਾਣੀ ਲਾਭ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਨੇ ਆਖਿਆ ਹੈ ਕਿ ਸੰਗਤਾਂ ਦੇ ਚਰਨਾਂ ਦੀ ਧੂੜੀ, ਉਸ ਦੇ ਵਿੱਚ ਤੂੰ ਇਸ਼ਨਾਨ ਕਰ। ਮਾਘ ਮੱਝਨ ਸੰਗ ਸਾਧੂਆਂ, ਸਾਧੂ ਕੌਣ ਹੁੰਦੇ ਨੇ? ਸਾਧ ਨਾਮ ਨਿਰਮਲਤਾ ਕੇ ਕਰਮ, ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਸੋ ਜਿਸ ਨੇ ਅਸਾਧੇ ਹੋਏ ਮਨ ਨੂੰ, ਜਿਹੜਾ ਕਿ ਮਨ ਸਾਧਿਆ ਨਾ ਜਾਂਦਾ ਹੋਵੇ, ਉਸ ਨੂੰ ਸਾਧ ਲਿਆ ਹੈ। ਸਾਧ ਸੰਗਤ ਜੀ ਉਸ ਨੂੰ ਸਾਧੂ ਆਖਦੇ ਨੇ। ਸੋ ਐਸੇ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਔਰ ਬੇਅੰਤ ਗੁਰਸਿੱਖ ਪਿਆਰੇ ਨੇ, ਗੁਰਮੁਖ ਪਿਆਰੇ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਉਹਨਾਂ ਨੂੰ ਸਾਧ ਸੰਗਤ ਜੀ ਸਾਧੂ ਆਖਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਸਾਧੂਆਂ ਦੇ ਵੀ ਸਾਧੂ ਨੇ, ਸਭ ਤੋਂ ਸ਼੍ਰੋਮਣੀ ਹਨ। ਸੋ ਆਪਾਂ ਇੱਕ ਤਾਂ ਚਰਨ ਧੂੜ ਇਹ ਲੈਂਦੇ ਹਾਂ, ਜਿਹੜੀ ਕਿ ਜਿਵੇਂ ਕੋਈ ਅਸੀਂ ਝਾੜੂ ਦਿੰਦੇ ਹਾਂ ਜਾਂ ਤੱਪੜ ਝਾੜ ਕੇ ਵਿਛਾਉਂਦੇ ਹਾਂ, ਉਸ ਦੀ ਚਰਨ ਧੂੜ ਸਾਨੂੰ ਮਿਲਦੀ ਹੈ। ਦੂਸਰੀ ਸਾਧ ਸੰਗਤ ਦੀ ਚਰਨ ਧੂੜ ਹੋਇਆ ਕਰਦੀ ਹੈ ਗੁਰੂ ਕੀ ਬਾਣੀ ਦੀ, ਗੁਰੂ ਕੇ ਸ਼ਬਦ ਦੀ ਚਰਨ ਧੂੜ ਹੁੰਦੀ ਹੈ, ਗੁਰੂ ਕੇ ਬਚਨਾਂ ਦੀ ਚਰਨ ਧੂੜ ਹੁੰਦੀ ਹੈ। ਬਚਨਾਂ ਨੂੰ ਸ਼ਰਧਾ ਦੇ ਨਾਲ ਸੁਣਨਾ, ਹਿਰਦੇ ਦੇ ਵਿੱਚ ਫਿਰ ਧਾਰਨ ਕਰਨਾ,
ਉਸ ਉੱਪਰ ਆਪਣਾ ਜੀਵਨ ਚਲਾਉਣਾ, ਇਹ ਚਰਨ ਤੋੜ ਮਨ ਨੂੰ ਪਵਿੱਤਰ ਕਰਦੀ ਹੈ। ਬਚਨਾਂ ਦੀ ਵੀ ਚਰਨ ਤੋੜੀ ਹੋਇਆ ਕਰਦੀ ਹੈ। ਮਹਾਰਾਜ ਜੀ ਆਖਦੇ ਨੇ, ਮਾਘ ਮੱਝਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ, ਤੂੰ ਇਸ ਵਿੱਚ ਇਸ਼ਨਾਨ ਕਰ। ਇਸ ਦਾ ਲਾਭ ਜ਼ਿਆਦਾ ਹੈ। ਜਿਹੜਾ ਬਾਹਰਲਾ ਤੀਰਥਾਂ ਦੇ ਉੱਪਰ ਇਸ਼ਨਾਨ ਕਰਨਾ ਹੈ, ਲਾਭ ਉਸ ਦਾ ਵੀ ਹੈ, ਪਰ ਚਰਨ ਧੂੜ ਉਸ ਤੋਂ ਵੀ ਸ੍ਰੇਸ਼ਟ ਹੈ, ਕਿਉਂਕਿ ਉਹ ਤੀਰਥ ਵੀ ਤਾਂ ਸਾਧੂਆਂ ਦੀ ਚਰਨ ਧੂੜੀ ਨੂੰ ਲੋਚਦੇ ਨੇ ਕਿ ਸਾਡੇ ਵਿੱਚ ਕੋਈ ਆਵੇ, ਇਸ਼ਨਾਨ ਕਰੇ। ਗੁਰੂ ਦੀ ਸੇਵਾ ਹੈ ਜਿਹੜੀ, ਇਸ ਵਿੱਚ ਇਸ਼ਨਾਨ ਕਰੇ, ਯਾਨੀ ਸੇਵਾ ਵਿੱਚ ਆਪਣੇ ਮਨ ਨੂੰ ਲਾਵੇ, ਮਨ ਦਾ ਇਸ਼ਨਾਨ ਕਰਾਵੇ ਸੇਵਾ ਦੇ ਵਿੱਚ। ਗੁਰਸੇਵਾ ਤਪਾਂ ਸਿਰ ਤਪਸਾਰ, ਅੰਤਰ ਮੈਲ ਜੇ ਤੀਰਥ ਨਹਾਵੈ, ਤਿਨ ਬੈਕੁੰਠ ਨਾ ਜਾਨਾ। ਲੋਕ ਪਤੀਣੇ ਕਛੂ ਨਾ ਹੋਵੈ, ਨਾਹੀ ਰਾਮ ਅਯਾਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਗੁਰੂ ਦੀ ਸੇਵਾ ਕਰਨਾ ਹੀ ਸੱਚਾ ਨਹਾਉਣਾ, ਸੱਚਾ ਇਸ਼ਨਾਨ ਹੋਇਆ ਕਰਦਾ ਹੈ ਸਾਧ ਸੰਗਤ ਜੀ। ਸੋ ਅਸੀਂ ਗੁਰੂ ਕੀ ਸੇਵਾ ਕਰੀਏ, ਨਾਮ ਜਪੀਏ। ਨਾਮ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਸਾਨੂੰ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਸੋ ਜਿਹੜਾ ਨਾਮ ਹੈ ਇਹ ਵੀ ਤੀਰਥ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਦੀ ਵਿਚਾਰ ਹਿਰਦੇ ਦੇ ਵਿੱਚ ਧਾਰਨ ਕਰਨੀ, ਉਸ ਉੱਪਰ ਆਪਣਾ ਜੀਵਨ ਚਲਾਉਣਾ, ਨਾਮ ਜਪਣਾ। ਨਾਮ ਵੀ ਇੱਕ ਤੀਰਥ ਹੈ, ਸ਼ਬਦ ਵੀ ਤੀਰਥ ਹੈ, ਗੁਰੂ ਕੀ ਵਿਚਾਰ ਵੀ ਤੀਰਥ ਹੈ, ਗੁਰੂ ਕੀ ਸੇਵਾ ਵੀ ਇੱਕ ਤੀਰਥ ਹੈ। ਸੋ ਸਾਧ ਸੰਗਤ ਜੀ, ਇਹ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕਰਕੇ ਦੱਸੀ ਹੈ ਕਿ ਇਹ ਭਾਈ ਉਹਨਾਂ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਨਾਲੋਂ ਵੀ ਵੱਧ ਸ੍ਰੇਸ਼ਟ ਹੈ ਗੁਰੂ ਕੀ ਸੇਵਾ ਕਰਨੀ ਔਰ ਨਾਮ ਦਾ ਸਿਮਰਨ ਕਰਨਾ ਤੇ ਗੁਰਬਾਣੀ ਪੜ੍ਹਨੀ। ਅੱਗੇ ਮਹਾਰਾਜ ਜੀ ਫਰਮਾਨ ਕਰਦੇ ਨੇ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੂੰ ਭਾਈ ਧਿਆ, ਫਿਰ ਤੂੰ ਉਸ ਨਾਮ ਨੂੰ ਸੁਣ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ, ਸਭਨਾ ਨੂੰ ਤੂੰ ਦਾਨ ਕਰ। ਸੋ ਪਹਿਲੀ ਗੱਲ ਮਹਾਰਾਜ ਨੇ ਇਸ ਵਿੱਚ ਆਖੀ ਹੈ ਕਿ ਤੂੰ ਨਾਮ ਜਪ, ਤੂੰ ਨਾਮ ਨੂੰ ਧਿਆ। ਸਾਨੂੰ ਜਿਸ ਤਰ੍ਹਾਂ ਕਿ ਜਦੋਂ ਸਿੱਖ ਅੰਮ੍ਰਿਤ ਛਕਦੇ ਨੇ ਉਸ ਸਮੇਂ 5 ਪਿਆਰੇ ਵਾਹਿਗੁਰੂ ਗੁਰਮੰਤਰ ਦਿੰਦੇ ਨੇ, ਮੂਲ ਮੰਤਰ ਦਿੰਦੇ ਨੇ, 5 ਬਾਣੀਆਂ ਦਾ ਨਿਤਨੇਮ ਕਹਿੰਦੇ ਨੇ, ਹੋਰ ਵੱਧ ਤੋਂ ਵੱਧ ਬਾਣੀ ਪੜ੍ਹਨ ਨੂੰ ਆਖਿਆ ਜਾਂਦਾ ਹੈ। ਸੋ ਸਾਧ ਸੰਗਤ ਜੀ, ਨਾਮ ਨੂੰ, ਮੂਲ ਮੰਤਰ ਨੂੰ, ਗੁਰਬਾਣੀ ਨੂੰ ਅਸੀਂ ਆਪਣੇ ਮੂੰਹ ਤੋਂ ਬੋਲੀਏ ਔਰ ਕੰਨਾਂ ਦੁਆਰਾ ਅਸੀਂ ਸੁਣੀਏ। ਇਹ ਉਪਦੇਸ਼ ਮਾਘ ਦੇ ਮਹੀਨੇ ਵਿੱਚ ਮੇਰੇ ਸਤਿਗੁਰੂ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਭਾਈ ਤੂੰ ਨਾਮ ਨੂੰ ਜਦੋਂ ਜਪਦਾ ਹੈ, ਤੂੰ ਆਪਣੇ ਕੰਨਾਂ ਦੁਆਰਾ ਤੂੰ ਨਾਮ ਨੂੰ ਸੁਣ। ਇਸ ਦਾ ਬਹੁਤ ਵੱਡਾ ਮਹਾਤਮ ਹੈ। ਇਸ ਦੇ ਨਾਲ ਮਨ ਤੇਰਾ ਨਿਰਮਲ ਹੋ ਜਾਏਗਾ। ਮਹਾਰਾਜ ਜੀ ਆਖਦੇ ਨੇ, ਇਹ ਸਰਵਣੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਮਾਣੀ। ਸਚ ਅਲਖ ਵਿਨਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਨੋ, ਪਵਿੱਤਰ ਹੋਵੋ ਸਾਚਾ ਸੁਣਨਾ ਨੂੰ ਪਠਾਏ। ਹਰ ਕਾ ਸਿਮਰਨ ਸੁਨ ਮਨ ਕਾਨੀ, ਤੂੰ ਹਰੀ ਦਾ ਸਿਮਰਨ ਆਪਣੇ ਕੰਨਾਂ ਦੁਆਰਾ ਤੂੰ ਸਰਵਣ ਕਰ। ਸੋ ਇਸ ਦਾ ਬਹੁਤ ਵੱਡਾ ਮਹਾਤਮ, ਬਹੁਤ ਵੱਡਾ ਲਾਭ ਹੈ। ਜਿਹੜਾ ਕਿ ਨਾਮ ਨੂੰ ਸੁਣਦਾ ਹੈ ਸੋ ਮਨ ਨਿਰਮਲ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੁਣ ਸੁਣ ਇਹੋ ਮਨ ਨਿਰਮਲ ਹੋਵੇ, ਕੱਟੀਐ ਕਾਲ ਕੀ ਫਾਸੀ ਰਾਮ। ਕਾਲ ਦੀ ਫਾਸੀ ਕੱਟੀ ਜਾਂਦੀ ਹੈ ਤੇ ਮਨ ਸਾਡਾ ਨਿਰਮਲ ਹੋ ਜਾਂਦਾ ਹੈ ਨਾਮ ਨੂੰ ਸੁਣਨ ਨਾਲ। ਸੋ ਸਾਧ ਸੰਗਤ ਜੀ, ਅਸੀਂ ਜਦੋਂ ਵਾਹਿਗੁਰੂ ਗੁਰਮੰਤਰ ਅਸੀਂ ਬੋਲੀਏ ਤਾਂ ਆਪਣੇ ਕੰਨਾਂ ਦੁਆਰਾ ਸੁਣੀਏ ਤੇ ਉਸ ਦੇ ਨਾਲ ਸਾਡਾ ਮਨ ਪਵਿੱਤਰ ਹੋਏਗਾ। ਆਓ ਆਪਾਂ ਵੀ 2 ਮਿੰਟ ਵਾਸਤੇ ਪਹਿਲਾਂ
यही असीं अभ्यास करिए जो सतगुरु महाराज जी ने फरमान किया है। पहला अरदास बोलेगा, उस तो बाद सारिया संगतां जो बोलिया जाता है उसनूं सुनो। सो अपने कन्नां द्वारा ही अपने आप ही सुनना, इस दे नाल बंदा अंतर ध्यान हो जाता है। सो जिहड़ा कन्नां द्वारा सुनना हुंदा ना, इहनूं जे असीं ध्यान नाल सुणांगे, ध्यान नाल सुने होए नूं ही आख्या जाता है कि मन सुनदा है। जे साडा ध्यान नहीं है, कन्नां तक आवाज़ आ गई पर उस आवाज़ वाल साडा ध्यान नहीं है, तो सानूं उसका लाभ नहीं मिलेगा। किसी भी काम नूं चाहे ला लो, भावें टीचर अध्यापक सानूं बच्चों नूं पढ़ा रहे ने, कन्नां तक आवाज़ तो सबना दे जाती है। जे 50 विद्यार्थी बैठे ने तो सबना दे कन्नां तक आवाज़ जाती है, पर उस आवाज़ नूं कुछ विद्यार्थी ध्यान नाल सुन लैंदे ने। वो ध्यान नाल सुन के वो आवाज़ कन्नां तक सीमित नहीं रहिंदी, वो अंदर चली जाती है, अंदर साडी बुद्धि विच प्रवेश कर जाती है। वो फिर असीं भुलांगे नहीं जो बोलिया जाता है। सो जिहड़ी भुलण दी वृत्ति है उन्हां दी ही होया करदी है जिहड़े कि ध्यान नाल नहीं सुनते। ध्यान नाल सुनिया होया मनुख जल्दी भुलदा नहीं हुंदा। उन्हां दे दुनियावी विद्या भी उन्होंने चंगी तरह आ जाएगी। इस तरह साध संगत जी जिहड़ा नाम ध्यान नाल सुनेगा तो फिर नाम उसके हिरदे विच वस जाएगा, उसके मन विच वस जाएगा। सो गल है ध्यान नाल सुनने दी। ध्यान नाल सुनना की है तो मन दे विच वस जाना नाम। मन जानी फिर नाम सुनदा, कन्नां दा एक जरिया हुंदा ते सुनदा हुंदा मन। हर का सिमरन सुन मन कानी, तू कन्नां द्वारा हर का सिमरन सुन मन। मन नूं कहा कि मन सुने, सुन मन कानी। सो कन्नां द्वारा तू जिहड़ा बोलिया जाता तू उसनूं सुन। तो तरीका जानी कन्नां द्वारा सुनने दा ही है। सो जानी ये तरीका महाराज जी सानूं फरमान करके दसदे ने कि भाई इस तरीके नाल तू नाम जपिया कर। आओ आपां भी 2 मिनट साध संगत जी कोशिश करिए इस तरीके नाल नाम जपण दी। वाहिगुरू 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 वाहिगुरू
आखते ने मेरे मन मुख हर हर बोली है, गुरमुख रंग चलूला राती हर प्रेम पीली चोली है। हे मेरे मन तू मुख तो वाहिगुरु बोल। ਜਦੋਂ ਮਨ ਮੁਖ ਤੋਂ ਵਾਹਿਗੁਰੂ ਬੋਲੇਗਾ, ਮਨ ਜਾਣੀ ਮੁਖ ਦੁਆਰਾ ਵਾਹਿਗੁਰੂ ਬੋਲੇਗਾ, ਮੇਰੇ ਮਨ ਮੁਖ ਹਰ ਹਰ ਬੋਲੀ ਹੈ। ਇਸ ਦੇ ਨਾਲ ਹੋਏਗਾ ਕਿ ਗੁਰਮੁਖ ਰੰਗ ਚਲੂਲਾ ਰਾਤੀ ਹਰ ਪ੍ਰੇਮ ਪੀਨੀ ਚੋਲੀ ਹੈ। ਉਸ ਦੀ ਜਿਹੜੀ ਰਸਨਾ ਹੈ ਉਹ ਰੰਗ ਦੇ ਵਿੱਚ ਰਚ ਜਾਏਗੀ, ਉਸ ਨੂੰ ਪਰਮੇਸ਼ਰ ਦਾ ਨਾਮ ਦਾ ਸਵਾਦ ਆ ਜਾਏਗਾ। ਉਸ ਦਾ ਸਾਰਾ ਜਿਹੜਾ ਚੋਲਾ ਹੈ, ਮਨ ਦਾ ਚੋਲਾ, ਤਨ ਦਾ ਚੋਲਾ, ਜੋ ਸਰੀਰ ਹੈ ਜਾਂ ਮਨ ਹੈ, ਉਹ ਸਾਰਾ ਨਾਮ ਦੇ ਵਿੱਚ ਭਿੱਜ ਜਾਏਗਾ। ਸੋ ਮਨ ਦੁਆਰਾ ਹੀ ਬੋਲਣਾ ਹੈ ਅਤੇ ਮਨ ਨੇ ਹੀ ਕੰਨਾਂ ਦੁਆਰਾ ਸੁਣਨਾ ਹੈ। ਇਸ ਦਾ ਹੋਰ ਲਾਭ ਕੀ ਹੈ? ਜੇ ਬਾਹਰੋਂ ਸਾਨੂੰ ਕੋਈ ਆਵਾਜ਼ ਆ ਰਹੀ ਹੈ, ਉਹ ਸਾਨੂੰ ਫਿਰ ਸਾਧ ਸੰਗਤ ਜੀ ਉਹ ਆਵਾਜ਼ ਨਹੀਂ ਸੁਣੇਗੀ। ਜੇ ਅਸੀਂ ਚੁੱਪ ਕਰਕੇ ਇਸ ਤਰੀ ਨਾਮ ਜਪਦੇ ਹਾਂ ਨਾ, ਤਾਂ ਸਾਨੂੰ ਬਾਹਰਲੀ ਆਵਾਜ਼ ਸਾਨੂੰ ਡਿਸਟਰਬ ਕਰ ਸਕਦੀ ਹੈ। ਜਦੋਂ ਅਸੀਂ ਮੂੰਹ ਤੋਂ ਬੋਲੀਏ, ਆਪਣੇ ਕੰਨਾਂ ਦੁਆਰਾ ਹੀ ਅਸੀਂ ਸੁਣੀਏ, ਕਿਉਂਕਿ ਸਾਡੀ ਆਵਾਜ਼ ਸਾਡੇ ਕੋਲ ਹੈ, ਸਭ ਤੋਂ ਨੇੜੇ ਹੈ ਸਾਡੀ ਆਵਾਜ਼ ਸਾਡੇ, ਸਾਨੂੰ ਫਿਰ ਇਹੀ ਆਵਾਜ਼ ਸੁਣੇਗੀ। ਬਾਹਰਲੀ ਆਵਾਜ਼ ਸਾਨੂੰ ਕੋਈ ਤੰਗ ਨਹੀਂ, ਪਰੇਸ਼ਾਨ ਨਹੀਂ ਕਰ ਸਕਦੀ, ਸਾਡੀ ਸੁਰਤ ਨੂੰ ਨਹੀਂ ਤੋੜ ਸਕਦੀ। ਮਹਾਰਾਜ ਆਖਦੇ ਨੇ ਇਸ ਤਰੀਕੇ ਨਾਲ ਤੂੰ ਭਾਈ ਨਾਮ ਨੂੰ ਧਿਆ ਅਤੇ ਨਾਮ ਨੂੰ ਸੁਣ, ਤਾਂ ਤੇਰਾ ਮਾਘ ਦਾ ਮਹੀਨਾ ਸਫਲਾ ਹੋਏਗਾ। ਅਤੇ ਫਿਰ ਮਹਾਰਾਜ ਆਖਦੇ ਨੇ ਕਿ ਸਭਨਾਂ ਨੂੰ ਕਰ ਦਾਨ, ਤੂੰ ਆਪਣੀ ਕਿਰਤ ਕਰ, ਮੰਗ ਕੇ ਨਾ ਗੁਜ਼ਾਰਾ ਕਰ। ਮਹਾਰਾਜ ਕਹਿੰਦੇ ਕਿਰਤ ਵਿੱਚੋਂ ਦਸਵੰਧ ਕੱਢ ਕੇ ਸਭਨਾਂ ਨੂੰ ਕਰ ਦਾਨ, ਫਿਰ ਤੂੰ ਜਥਾ ਯੁਕਤ ਦਾਨ ਪੁੰਨ ਵੀ ਕਰ। ਸੋ ਇਸ ਤਰੀਕੇ ਨਾਲ ਤੂੰ ਆਪਣਾ ਸਮਾਂ ਬਤੀਤ ਕਰ, ਪਰਮੇਸ਼ਰ ਦੀ ਦਰਗਾਹ ਵਿੱਚ ਤੂੰ ਪ੍ਰਵਾਨ ਹੋ ਜਾਏਗਾ। ਇਸ ਤਰੀਕੇ ਨਾਲ ਜਿਹੜਾ ਹੁਣ ਆਪਾਂ ਨੇ ਗੱਲ ਕੀਤੀ ਹੈ ਨਾਮ ਜਪਣ ਦੇ ਹੋਰ ਅੱਗੇ ਕੀ ਕੀ ਲਾਭ ਨੇ, ਅਗਲੀ ਪੰਕਤੀ ਵਿੱਚ ਮੇਰੇ ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਿਤਨੇ ਵੀ ਕੋਈ ਪ੍ਰਾਰਬਧ ਪਿਛਲੇ ਜੋ ਸਾਡੇ ਕਰਮ ਨੇ, ਜਿਨ੍ਹਾਂ ਕਰਕੇ ਸਾਨੂੰ ਇਹ ਜਨਮ ਮਿਲਿਆ ਹੈ, ਉਹਨਾਂ ਵਿੱਚ ਅਸੀਂ ਜੋ ਜੋ ਵੀ ਕਰਮ ਕੀਤੇ ਹਨ, ਮਹਾਰਾਜ ਆਖਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹੋ। ਜਿਹੜੀ ਕੋਲੂ ਦੀ ਲੀਰ ਹੁੰਦੀ ਹੈ ਨਾ, ਉਹਦੇ ਵਿੱਚ ਤੰਦ ਮੈਲ ਪੈ ਜਾਂਦੀ ਹੈ। ਉਹਨੂੰ ਮਹਾਰਾਜ ਕਹਿੰਦੇ ਚਾਹੇ 100 ਵਾਰੀ ਤੁਸੀਂ ਧੋ ਲਓ, ਉਹ ਉਜਲੀ ਨਹੀਂ ਹੁੰਦੀ, ਭਾਵ ਕਿ ਸਾਫ਼ ਨਹੀਂ ਉਹ ਹੁੰਦੀ, ਉਸ ਦੀ ਮੈਲ ਨਹੀਂ ਨਿਕਲਦੀ। ਇਸ ਤਰ੍ਹਾਂ ਕਰਕੇ ਜਿਹੜਾ ਤੇਰਾ ਇਹ ਮਨ ਆ, ਇਹ ਇਸ ਤਰੀਕੇ ਨਾਲ ਜਾਣੀ ਮੈਲਾ ਹੋਇਆ ਪਿਆ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਸੋ ਤੇਰੇ ਮਨ ਨੂੰ ਮੈਲ ਲੱਗੀ ਹੋਈ ਹੈ ਪਿਛਲੇ ਤੇਰੇ ਕੀਤੇ ਹੋਏ ਕਰਮਾਂ ਕਰਕੇ। ਮਹਾਰਾਜ ਜੀ ਆਖਦੇ ਨੇ ਜੇ ਤੂੰ ਇਸ ਤਰ੍ਹਾਂ ਨਾਮ ਜਪੇਗਾ, ਰਸਨਾ ਦੁਆਰਾ ਬੋਲੇਗਾ, ਕੰਨਾਂ ਦੁਆਰਾ ਤੂੰ ਸੁਣੇਗਾ। ਮਨ ਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ। ਗੁਰਬਾਣੀ ਦਾ ਜੋ ਉਪਦੇਸ਼ ਹੈ ਕਿਸੇ ਨੂੰ ਸੁਣਾਉਣ ਵਾਸਤੇ ਨਹੀਂ ਹੁੰਦਾ। ਜਿਹੜਾ ਸੁਣਾਉਂਦਾ ਉਹ ਵੀ ਆਪਣੇ ਮਨ ਨੂੰ ਹੀ ਸੁਣਾਉਂਦਾ, ਜਿਹੜਾ ਸੁਣਦਾ ਉਹ ਵੀ ਆਪਣੇ ਮਨ ਨੂੰ ਹੀ ਸੁਣਾਉਂਦਾ। ਮਹਾਰਾਜ ਆਖਦੇ ਨੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਤੇਰੇ ਸਾਰੇ ਜਨਮਾਂ ਕਰਮਾਂ ਦੀ ਜਿਹੜੀ ਮੈਲ ਆ ਉਹ ਉਤਰ ਜਾਏਗੀ। ਤੇਰੇ ਮਨ ਦੇ ਵਿੱਚੋਂ ਗੁਮਾਨ ਜੋ ਹੰਕਾਰ ਹੈ ਇਹ ਵੀ ਉਤਰ ਜਾਏਗਾ, ਜਾਣੀ ਇਸ ਦਾ ਨਾਸ ਹੋ ਜਾਏਗਾ। ਸੋ ਇਹ ਲਾਭ ਹੈ ਭਾਈ ਜਿਹੜਾ ਕਿ ਕੰਨਾਂ ਦੁਆਰਾ ਨਾਮ ਨੂੰ ਸੁਣਦਾ ਹੈ, ਰਸਨਾ ਦੁਆਰਾ ਨਾਮ ਨੂੰ ਉਚਾਰਨ ਕਰਦਾ ਹੈ। ਸੋ ਇਸ ਦੇ ਹੋਰ ਅੱਗੇ ਮਹਾਰਾਜ ਜੀ ਜਿਹੜੇ ਲਾਭ ਨੇ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸਾਧ ਸੰਗਤ ਜੀ ਇਹ ਵੱਡੇ ਮਹਾਬਲੀ ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਨ ਪੰਜ ਮਾਰ ਵਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਕਾਮ ਕ੍ਰੋਧ ਅਰ ਲੋਭ ਮੋਹ ਮਿਨ ਸੰਜਾਏ, ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ।
ਸੋ ਸਾਧ ਸੰਗਤ ਜੀ ਇਹਨਾਂ ਪੰਜਾਂ ਦਾ ਮਹਾਰਾਜ ਜੀ ਜ਼ਿਕਰ ਕਰਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਹਾਰਾਜ ਜੀ ਆਖਦੇ ਨੇ ਕਾਮ ਕ੍ਰੋਧ ਨਾ ਮੋਹੀ ਹੈ, ਬਿਨਸਾ ਲੋਭ ਸੁਆਨ। ਜਿਹੜਾ ਕਾਮ ਹੈ ਸਾਧ ਸੰਗਤ ਜੀ, ਮਹਾਰਾਜ ਜੀ ਦਾ ਫਰਮਾਨ ਹੈ, ਨਿਮਖ ਕਾਮ ਸਵਾਦ ਕਾਰਣ, ਕੋਟ ਦਿਨ ਸੁਦੁਖ ਪਾਵੈ। ਘੜੀ ਮੋਤ ਰੰਗ ਮਾਣੈ, ਫਿਰ ਮੋਹਰ ਮੋਹਰ ਪਛਤਾਵੈ। ਬਾਅਦ ਵਿੱਚ ਪਛਤਾਵਾ ਪੱਲੇ ਪੈਂਦਾ ਹੈ। ਮਹਾਰਾਜ ਜੀ ਆਖਦੇ ਨੇ ਗੁਪਤ ਕਰਤਾ ਸੰਗ ਸੋ ਪ੍ਰਭ। ਤੂੰ ਇਉਂ ਜਾਣਦਾ ਮੈਂ ਗੁਪਤ ਹੋ ਕੇ ਮਾੜੇ ਕਰਮ ਕਰਦਾ। ਮਹਾਰਾਜ ਜੀ ਆਖਦੇ ਨੇ ਸੰਗ ਸੋ ਪ੍ਰਭ, ਉਹ ਪ੍ਰਭੂ ਤੇਰੇ ਸੰਗ ਹੈ ਹਰ ਸਮੇਂ। ਤੂੰ ਪਰਮੇਸ਼ਰ ਤੋਂ ਕਿਵੇਂ ਬਚ ਜਾਏਗਾ, ਤੂੰ ਪਰਮੇਸ਼ਰ ਤੋਂ ਕਿਵੇਂ ਛੁਪਾ ਕੇ ਰੱਖ ਲਏਗਾ। ਗੁਪਤ ਕਰਤਾ ਸੰਗ ਸੋ ਪ੍ਰਭ, ਡਹਿਕਾਵੈ ਮਨੁ ਖਾਏ। ਵਿਸਾਰ ਹਰ ਜੀਉ ਵਿਖੈ ਭੋਗੈ, ਤਬ ਤਥਮ ਗਲ ਲਾਏ। ਰੇ ਨਰ ਕਾਇ ਪਰ ਗ੍ਰਹਿ ਜਾਏ। ਕੁਚਲ ਕਠੋਰ ਕਾਮ ਗਰਦਬ, ਤੁਮ ਨਹੀਂ ਸੁਣਿਓ ਧਰਮ ਰਾਏ। ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਤੂੰ ਧਰਮਰਾਜ ਨੂੰ ਨਹੀਂ ਸੁਣਿਆ ਹੈ। ਮਹਾਰਾਜ ਆਖਦੇ ਨੇ ਤਪਤ ਥੰਮਾਂ ਨੂੰ ਗਲ ਲਾਉਣਾ ਪਏਗਾ। ਤਪਦੇ ਹੋਏ ਥੰਮਾਂ ਨੂੰ, ਉੱਥੇ ਵਿਦਵਾਨਾਂ ਨੇ ਤਾਂ ਇਉਂ ਵੀ ਲਿਖਿਆ ਹੈ ਕਿ ਉੱਥੇ ਜੈਸੀਆਂ ਮੂਰਤਾਂ ਦੇ ਨਾਲ ਕਿਸੇ ਨੇ ਵਿਸ਼ੇ ਵਿਕਾਰ ਭੋਗੇ ਨੇ, ਵੈਸੀਆਂ ਹੀ ਤਪਤ ਥੰਮਾਂ ਦੀਆਂ ਮੂਰਤਾਂ ਉੱਤੇ ਬਣੀਆਂ ਹੁੰਦੀਆਂ ਹਨ। ਅਤੇ ਤਪਤ ਥੰਮ ਗਲ ਲਾਏ, ਫਿਰ ਉਸ ਦੇ ਨਾਲ ਉਸ ਦਾ ਗਲ ਲਾਇਆ ਜਾਂਦਾ ਹੈ ਅਤੇ ਜਾਣੀ ਐਸੀਆਂ ਐਸੀਆਂ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਵਿਸਾਰ ਹਰ ਜੀਉ ਵਿਖੈ ਭੋਗੈ, ਤਪਤ ਥੰਮ ਗਲ ਲਾਏ। ਰੇ ਨਰ ਕਾਇ ਪਰ ਗ੍ਰਹਿ ਜਾਏ। ਕੁਚਲ ਕਠੋਰ ਕਾਮ ਗਰਦਬ, ਤੁਮ ਨੇ ਸੁਣਿਓ ਧਰਮ ਰਾਏ। ਵਿਕਾਰ ਪਾਥਰ ਗਲਾ ਬਾਂਧੇ, ਨਿੰਦ ਪੋਟ ਸਿਰਾਏ। ਵਿਕਾਰਾਂ ਦੇ ਪੱਥਰ ਗਲੇ ਵਿੱਚ ਬੰਨੇ ਹੋਏ ਨੇ ਅਤੇ ਨਿੰਦਿਆ ਦੀ ਪੋਟਲੀ ਤੂੰ ਸਿਰ 'ਤੇ ਚੁੱਕੀ ਹੋਈ ਹੈ। ਵਿਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਿਰਾਏ। ਸੋ ਮਹਾਸਾਗਰ ਬਿਖਮ ਲੰਘਣਾ, ਪਾਰ ਨਾ ਪਰਨਾ ਜਾਏ। ਸੋ ਜੇ ਕਿਸੇ ਨੇ ਸਾਗਰ ਵਿੱਚ ਜਾਣਾ ਹੋਵੇ, ਸੋ ਉਹ ਪਾਰ ਨਹੀਂ ਪਾਇਆ ਜਾ ਸਕਦਾ, ਬੰਦਾ ਜਾ ਨਹੀਂ ਸਕਦਾ। ਕਿਉਂਕਿ ਜੇ ਕਿਸੇ ਨੇ ਵਿਕਾਰਾਂ ਦੇ ਪੱਥਰ, ਜਿਵੇਂ ਆਮ ਆਪਾਂ ਕਹਿ ਰਹੀਏ ਕਿ ਇੱਕ ਤਾਂ ਉਸਦੇ ਵਿੱਚ ਸਰੀਰ ਹਲਕਾ ਚਾਹੀਦਾ, ਜੇ ਕਿਸੇ ਨੇ ਤਰ ਕੇ ਜਾਣਾ ਹੋਵੇ ਸਮੁੰਦਰ ਨੂੰ। ਸੋ ਜੇ ਉਸਦੇ ਗਲੇ ਦੇ ਵਿੱਚ ਪੱਥਰ ਬੰਨੇ ਵੇ ਹੋਣ ਔਰ ਸਿਰ ਦੇ ਉੱਪਰ ਭਾਰ ਚੁੱਕਿਆ ਹੋਵੇ, ਉਹ ਤਾਂ ਫਿਰ ਬਿਲਕੁਲ ਹੀ ਨਹੀਂ ਨਾ ਤਰ ਸਕਦਾ। ਮਹਾਰਾਜ ਆਖਦੇ ਨੇ ਤੇਰੀ ਹਾਲਤ ਐਸੀ ਹੀ ਹੈ ਕਿ ਤੂੰ ਵਿਕਾਰਾਂ ਦੇ ਪੱਥਰ ਆਪਣੇ ਗਲ ਵਿੱਚ ਮੰਨੇ ਹੋਏ ਨੇ ਔਰ ਸਿਰ 'ਤੇ ਤੂੰ ਨਿੰਦਿਆ ਦੀ ਪੋਟਲੀ ਚੁੱਕੀ ਹੋਈ ਹੈ, ਭਾਰ ਚੁੱਕਿਆ ਤੂੰ ਸਿਰ 'ਤੇ, ਉਹਦਾ ਤਾਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਏਗਾ। ਸੋ ਇਸ ਦੇ ਵਿੱਚ ਵੱਡੇ ਵੱਡੇ ਰਿਸ਼ੀ ਮੁਨੀ ਵੀ ਰੁੜਦੇ ਗਏ ਨੇ, ਦੇਵੀ ਦੇਵਤੇ ਵੀ ਇਸ ਵਿੱਚ ਖਪਦੇ ਗਏ ਨੇ। ਬ੍ਰਹਮਾ ਜੀ ਆਪਣੀ ਪੁੱਤਰੀ ਵੱਲ ਹੀ ਉਸ ਨਾਲ ਹੀ ਉਸਨੇ ਕੁਕਰਮ ਕੀਤਾ। ਸੋ ਜੋ ਸ਼ਿਵ ਜੀ ਸਨ, ਇਹ ਮੋਹਣੀ ਰੂਪ ਦੇ ਉੱਪਰ ਮੋਹਿਤ ਹੋਏ। ਜੋ ਵਿਸ਼ਨੂੰ ਜੀ ਸਨ, ਇਹ ਬ੍ਰਿੰਦਾ ਰਾਖਸ਼ਣੀ ਜਲੰਧਰ ਦੈਂਤ ਦੇ ਘਰ ਵਾਲੀ ਸੀ, ਉਸ ਦਾ ਸੱਤ ਤੋੜਿਆ। ਉਹ ਪੂਰੀ ਸਤੀ ਵਰਤਾ ਇਸਤਰੀ ਸੀ। ਸੋ ਇਹ ਵਿਸ਼ਨੂੰ ਜੀ ਨੇ ਉਹਨਾਂ ਦਾ ਸੱਤ ਤੋੜਿਆ। ਜਦੋਂ ਉਸਨੂੰ ਪਤਾ ਲੱਗਿਆ, ਕਿਉਂਕਿ ਭੇਸ ਵਟਾ ਕੇ ਆਏ ਸਨ ਜਲੰਧਰ ਦੈਂਤ ਦਾ ਰੂਪ ਧਾਰਨ ਕਰਕੇ, ਉਹ ਪਛਾਣ ਨਾ ਸਕੀ ਕਿ ਮੇਰਾ ਪਤੀ ਹੈ ਕਿ ਕੋਈ ਹੋਰ ਹੈ। ਜਦੋਂ ਉਸਨੂੰ ਪਤਾ ਲੱਗਿਆ ਤਾਂ ਉਸਨੇ ਸ਼ਰਾਪ ਦੇ ਦਿੱਤਾ ਕਿ ਜਾਂ ਤੂੰ ਪੱਥਰ ਬਣ ਜਾ। ਤਾਂ ਉਹ ਪੱਥਰ ਬਣ ਗਏ। ਗੰਡਕਾ ਨਦੀ ਹੈ, ਉਸ ਦੇ ਪੱਥਰ ਨੂੰ ਹਿੰਦੂ ਲੋਕ ਪੂਜਦੇ ਨੇ। ਸੋ ਗੰਡਕਾ ਨਦੀ ਦਾ ਪੱਥਰ ਬਣੇ ਵਿਸ਼ਨੂੰ ਜੀ,
ਤਾਂ ਉਹਨਾਂ ਨੇ ਵੀ ਆਖਿਆ ਕਿ ਤੂੰ ਵੀ ਤੁਲਸੀ ਬਣ ਕੇ ਮੇਰੇ ਉੱਪਰ ਆਇਆ ਕਰੇਂਗੀ, ਚੜ੍ਹਿਆ ਕਰੇਂਗੀ। ਸੋ ਬਰਿੰਦਾ ਰਾਖਸ਼ਣੀ ਹੁਣ ਵੀ ਹਿੰਦੂ ਲੋਕ ਤੁਲਸੀ ਨੂੰ ਪੂਜਦੇ ਨੇ। ਸੋ ਤੁਲਸੀ ਨੂੰ ਉਹ ਪੱਥਰ ਦੇ ਉੱਪਰ ਜਾਣੀ ਚੜ੍ਹਾਉਂਦੇ ਨੇ, ਪਰ ਇਸ ਵਿੱਚੋਂ ਕੋਈ ਧਾਰਮਿਕ ਸਿੱਖਿਆ ਨਹੀਂ ਕੋਈ ਮਿਲਦੀ। ਗੁਰੂ ਸਾਹਿਬ ਦਾ ਪਵਿੱਤਰ ਇਤਿਹਾਸ ਹੈ, ਇਸ ਵਿੱਚ ਪਰਮੇਸ਼ਰ ਨਾਲ ਜੋੜਨ ਦੀ ਧਾਰਮਿਕ ਸਿੱਖਿਆ ਹੀ ਕੇਵਲ ਮਿਲਦੀ ਹੈ। ਸੋ ਇਸ ਤਰ੍ਹਾਂ ਕਰਕੇ ਜਿਵੇਂ ਬਰਿੰਦਾਬਨ ਕਿਹਾ ਜਾਂਦਾ ਹੈ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਬਨ ਮੈਂ ਰੰਗ ਕੀਆ। ਉਹ ਬਰਿੰਦਾਬਨ ਭਾਵ ਕਿ ਤੁਲਸੀ ਦਾ ਜੰਗਲ ਇਉਂ ਆਖਿਆ ਜਾਂਦਾ ਹੈ। ਸੋ ਬਰਿੰਦਾ ਸੀ ਜਲੰਧਰ ਦੈਨ ਦੇ ਘਰ ਵਾਲੀ ਰਾਖਸ਼ਣੀ ਦਾ ਨਾਮ। ਸੋ ਸਾਧ ਸੰਗਤ ਜੀ, ਇਹਨਾਂ ਤੋਂ ਵੱਡੇ ਵੱਡੇ ਰਿਸ਼ੀ ਮੁਨੀ ਨਹੀਂ ਬਚ ਸਕੇ ਤੇ ਕ੍ਰੋਧ ਹੋ ਗਿਆ। ਜਿਹੜਾ ਕ੍ਰੋਧ ਹੈ ਸਾਧ ਸੰਗਤ ਜੀ, ਇਹ ਬੁੱਧੀ ਦਾ ਨਾਸ਼ ਕਰ ਦਿੰਦਾ ਹੈ। ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ, ਚੰਗਾ ਮਾੜਾ ਬੰਦੇ ਨੂੰ ਫੁਰਦਾ ਨਹੀਂ ਹੈ। ਸੋ ਉਸ ਨੂੰ ਕੁਛ ਪਤਾ ਨਹੀਂ ਚੱਲਦਾ। ਸੋ ਕ੍ਰੋਧ ਦੇ ਵਸ ਹੋ ਕੇ ਦੁਰਵਾਸਾ ਰਿਸ਼ੀ ਨੇ ਆਪਣੀ ਪਤਨੀ ਨੂੰ ਹੀ ਸ਼ਰਾਪ ਦੇ ਕੇ ਭਸਮ ਕਰ ਦਿੱਤਾ ਸੀ। ਸੋ ਕ੍ਰੋਧ ਦੇ ਵਸ ਹੋ ਕੇ ਹੀ ਪਰਸ਼ੂਰਾਮ ਨੇ 21 ਵਾਰ ਖੱਤਰੀਆਂ ਨੂੰ ਮਾਰਿਆ। ਸਾਧ ਸੰਗਤ ਜੀ, ਕ੍ਰੋਧ ਦੀ ਅਗਨ ਉਹਨਾਂ ਨੂੰ ਲੋਕੀ ਭਗਵਾਨ ਕਹਿੰਦੇ ਨੇ, ਪਰ ਉਹਨਾਂ ਵਿੱਚ ਤਾਂ ਕਾਮ ਹੈ, ਕ੍ਰੋਧ ਹੈ। ਭਗਵਾਨ ਵਿੱਚ ਤਾਂ ਕੁਛ ਵੀ ਨਹੀਂ ਹੁੰਦਾ, ਐਸਾ ਕੋਈ ਵਿਕਾਰ ਨਹੀਂ ਹੁੰਦਾ। ਭਗਵਾਨ ਕਾਹਦਾ ਜਿਸ ਦੇ ਵਿੱਚ ਵਿਕਾਰ ਹੋਵੇ। ਸੋ ਪਰਸ਼ੂਰਾਮ ਦੇ ਵਿੱਚ ਇਤਨਾ ਜ਼ਿਆਦਾ ਕ੍ਰੋਧ ਹੈ ਕਿਉਂਕਿ ਪਰਸ਼ੂਰਾਮ ਦੇ ਪਿਤਾ ਨੂੰ ਮਾਰਿਆ ਸੀ। ਇਸ ਦੇ ਜੋ ਮਾਸੜ ਜੀ ਸੀ ਉਹਨੇ ਮਾਰਿਆ ਸੀ, ਸਹਸਤਰਬਾਹੂ ਨੇ। ਸੋ ਇਸ ਤਰ੍ਹਾਂ ਕਰਕੇ ਇਹਨੇ ਜਾਣੀ ਬਦਲਾ ਲਿਆ। ਬਦਲਾ ਇਤਨਾ ਜ਼ਿਆਦਾ ਲਿਆ ਕਿ ਮੈਂ 21 ਵਾਰ ਧਰਤੀ ਦੇ ਉੱਪਰ ਮੈਂ ਖੱਤਰੀਆਂ ਨੂੰ ਖਤਮ ਕਰ ਦੂੰਗਾ। ਸੋ ਇਸ ਨੇ 21 ਵਾਰ ਖਤਮ ਕੀਤੇ। ਫਿਰ ਜਿਹੜਾ ਉਹਨਾਂ ਦਾ ਖੂਨ ਸੀ, ਉਹਨਾਂ ਦੇ ਖੂਨ ਦਾ ਕੁੰਡ ਬਣਾ ਕੇ ਜਾਣੀ ਤਲਾਬ ਬਣਾ ਕੇ ਉਸ ਵਿੱਚ ਇਸ ਨੇ ਇਸ਼ਨਾਨ ਕੀਤਾ। ਸੋ ਇਤਨੀ ਜ਼ਿਆਦਾ ਕ੍ਰੋਧ ਦੀ ਅੱਗ, ਬਹੁਤ ਜ਼ਿਆਦਾ ਵੱਡਾ ਕ੍ਰੋਧ ਹੈ। ਸੋ ਜਾਣੀ ਕ੍ਰੋਧ ਵਸ ਹੋ ਕੇ ਇਸ ਨੇ ਐਸਾ ਕਾਰਜ ਕੀਤਾ। ਫਿਰ ਅੱਜ ਮੋਹ ਦੇ ਉੱਪਰ, ਕਾਮ ਕ੍ਰੋਧ ਨਾ ਮੋਹੀ ਹੈ। ਜਿਹੜਾ ਮੋਹ ਹੈ ਸਾਧ ਸੰਗਤ ਜੀ, ਜਿਉਂ ਕੂਕਰ ਹਰਕਾਇਆ ਧਾਵੈ ਦਸ ਦਿਸ ਜਾਏ, ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਸੋ ਲੋਭੀ ਜੰਤ ਨਹੀਂ ਜਾਣਦਾ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ। ਸਾਧ ਸੰਗਤ ਜੀ, ਕੋਈ ਪੰਡਤ ਰਾਜ ਦਰਬਾਰ ਦੇ ਵਿੱਚ ਕਥਾ ਕਰਿਆ ਕਰਦਾ ਸੀ। ਸੋ ਦੂਸਰਾ ਕੋਈ ਈਰਖਾਲੂ ਪੰਡਤ ਇੱਕ ਆਇਆ, ਵਿਦਵਾਨ ਜਣੀ ਆਇਆ। ਉਸਨੇ ਸੋਚਿਆ ਮੈਂ ਕੋਈ ਜੁਗਤ ਘੜਦਾ, ਇਹਨੂੰ ਮੈਂ ਬਾਹਰ ਕਢਵਾ ਦੇਵਾਂ ਅਤੇ ਮੈਂ ਇੱਥੇ ਰਾਜ ਦਰਬਾਰ ਦੇ ਵਿੱਚ ਮੈਂ ਕਥਾ ਸੁਣਾਇਆ ਕਰਾਂਗਾ। ਸੋ ਉਸਨੇ ਇੱਕ ਸਕੀਮ ਬਣਾਈ। ਉਸਨੇ 5 ਪ੍ਰਸ਼ਨ ਰੱਖੇ ਰਾਜੇ ਦੇ ਪਾਸ ਕਿ ਹੇ ਰਾਜਨ, ਤੂੰ ਆਪਣੇ ਪੰਡਤ ਦੇ ਪਾਸੋਂ ਇਹ 5 ਪ੍ਰਸ਼ਨਾਂ ਦਾ ਉੱਤਰ ਲੈ। ਜੇ ਉੱਤਰ ਦੇ ਦੇਗਾ ਤਾਂ ਬਹੁਤ ਵਧੀਆ, ਨਹੀਂ ਫਿਰ ਇਹ ਤੇਰੇ ਦਰਬਾਰ ਦੇ ਵਿੱਚ ਕਥਾ ਸੁਣਾਉਣ ਦੇ ਯੋਗ ਨਹੀਂ ਹੈਗਾ। ਉਹ 5 ਪ੍ਰਸ਼ਨ ਉਸਨੇ ਆਖੇ ਰਾਜੇ ਨੂੰ ਕਿ ਇਸ ਨੂੰ ਤੂੰ ਇਉਂ ਪੁੱਛੀ ਕਿ ਇੱਥੇ ਕਿਹੜਾ ਦੁਖੀ ਹੈ ਔਰ ਅੱਗੇ ਪਰਲੋਕ ਵਿੱਚ ਕਿਹੜਾ ਦੁਖੀ ਹੋਵੇਗਾ। ਇਹ ਪਹਿਲਾ ਪ੍ਰਸ਼ਨ ਹੈ। ਦੂਜਾ ਪ੍ਰਸ਼ਨ ਇਹ ਹੈ ਕਿ ਇੱਥੇ ਕਿਹੜਾ ਸੁਖੀ ਹੋਵੇਗਾ ਔਰ ਅੱਗੇ ਕਿਹੜਾ ਦੁਖੀ ਹੋਵੇਗਾ। ਤੀਜਾ ਪ੍ਰਸ਼ਨ, ਇੱਥੇ ਕਿਹੜਾ ਦੁਖੀ ਹੋਵੇਗਾ ਔਰ ਅੱਗੇ ਕਿਹੜਾ ਸੁਖੀ ਹੋਵੇਗਾ। ਚੌਥਾ ਪ੍ਰਸ਼ਨ ਕਿ ਜਿਹੜਾ ਇੱਥੇ ਵੀ ਸੁਖੀ ਹੋਵੇ ਅਤੇ ਅੱਗੇ ਵੀ ਜਾ ਕੇ ਪਰਲੋਕ ਵਿੱਚ ਵੀ ਜਾ ਕੇ ਸੁਖੀ ਹੋਵੇਗਾ। ਪੰਜਵਾਂ ਪ੍ਰਸ਼ਨ ਕਿ ਪਾਪ ਦਾ ਬਾਪ ਕੌਣ ਹੈ। ਇਹ 5 ਪ੍ਰਸ਼ਨ ਰਾਜੇ ਨੂੰ ਉਸ ਈਰਖਾਲੂ ਪੰਡਤ ਨੇ ਆਖੇ। ਤਾਂ ਜਦੋਂ ਇਹ ਪ੍ਰਸ਼ਨ ਜਿਹੜਾ ਪਹਿਲਾ ਪੰਡਤ ਸੀ ਉਸ ਨੂੰ ਜਦੋਂ ਆਖੇ ਰਾਜੇ ਨੇ ਕਿ ਇਹਨਾਂ ਦੇ ਉੱਤਰ ਦੇ,
ਤਾਂ ਪੰਡਤ ਨੂੰ ਉੱਤਰ ਨਾ ਆਈ ਉਸਦੇ। ਉਸਨੇ ਆਖਿਆ ਕਿ ਮੈਨੂੰ ਮੋਹਲਤ ਦੇ ਦਿਓ ਕੁਝ ਸਮੇਂ ਦੀ, ਮੈਨੂੰ ਕੋਈ 10 ਦਿਨ ਵਾਸਤੇ ਸੋਚਣ ਦਾ ਮੌਕਾ ਦਿਓ, ਮੈਂ ਫਿਰ ਇਹਨਾਂ ਪ੍ਰਸ਼ਨਾਂ ਦੇ ਉੱਤਰ ਆਪ ਜੀਆਂ ਨੂੰ ਦੇਵਾਂਗਾ। ਸੋ ਜਿਹੜਾ ਪੰਡਤ ਸੀ ਉਸਨੇ ਪੰਡਤ ਨੇ ਸੋਚਿਆ ਕਿ ਮੇਰਾ ਮਸਾਂ ਵਧੀਆ ਗੁਜ਼ਾਰਾ ਚੱਲਦਾ ਸੀ ਕਿ ਦੂਸਰੇ ਪੰਡਤ ਨੇ ਈਰਖਾਵਸ ਹੋ ਕੇ ਐਸਾ ਕਾਰਜ ਕੀਤਾ ਹੈ, ਇਹ ਮੈਨੂੰ ਇੱਥੋਂ ਇਹ ਕਢਵਾਉਣਾ ਚਾਹੁੰਦਾ ਹੈ। ਪੰਡਤ ਉਦਾਸ ਹੋ ਗਿਆ, ਮਨ ਨਹੀਂ ਲੱਗਦਾ, ਪ੍ਰਸ਼ਾਦ ਪਾਣੀ ਦੀ ਭੁੱਖ ਨਹੀਂ ਲੱਗ ਰਹੀ, ਨੀਂਦ ਨਹੀਂ ਆਉਂਦੀ। ਉਸ ਦੀ ਬੇਟੀ ਸੀ ਪੁੱਤਰੀ, ਉਸਨੇ ਆਖਿਆ ਪਿਤਾ ਜੀ ਕੀ ਗੱਲ ਇਤਨੇ ਉਦਾਸ ਰਹਿੰਦੇ ਹੋ? ਪਹਿਲਾਂ ਤਾਂ ਉਹਨੇ ਦੱਸਿਆ ਨਹੀਂ, ਫਿਰ ਬਾਰ-ਬਾਰ ਪੁੱਛਣ 'ਤੇ ਆਖਿਆ ਪੰਡਤ ਨੇ ਕਿ ਬੇਟੀ ਮੈਨੂੰ ਆਹ 5 ਪ੍ਰਸ਼ਨ ਦੱਸੇ ਨੇ, ਮੈਨੂੰ ਇਹਨਾਂ ਦੇ ਉੱਤਰ ਨਹੀਂ ਆ ਰਹੇ। ਜੇ ਮੇਰੇ ਉੱਤਰ ਨਾ ਆਏ ਤਾਂ ਰਾਜ ਦਰਬਾਰ ਵਿੱਚੋਂ ਮੇਰੀ ਛੁੱਟੀ ਹੋ ਜਾਏਗੀ। ਉਹ ਜਿਹੜਾ ਦੂਸਰਾ ਪੰਡਤ ਹੈ ਉਹ ਇੱਥੇ ਨਿਯੁਕਤ ਕੀਤਾ ਜਾਏਗਾ। ਤਾਂ ਉਹ ਬੇਟੀ ਨੇ ਆਖਿਆ ਕਿ ਪ੍ਰਸ਼ਨ ਦੱਸੋ ਪਿਤਾ ਜੀ। ਤਾਂ ਪਿਤਾ ਜੀ ਨੇ ਪ੍ਰਸ਼ਨ ਦੱਸੇ ਤਾਂ ਬੇਟੀ ਕਹਿੰਦੀ ਇਹ ਤਾਂ ਕੁਛ ਵੀ ਨਹੀਂ ਹੈ, ਇਹਦੇ ਉੱਤਰ ਮੈਂ ਦੇਵਾਂਗੀ। ਤਾਂ ਬੇਟੀ ਨੇ ਇੱਕ ਸਕੀਮ ਬਣਾਈ। ਉਸਨੇ ਇੱਕ ਲੱਕੜਹਾਰੇ ਨੂੰ ਆਖਿਆ ਕਿ ਭਾਈ ਇਤਨੀ ਤਰੀਕ ਨੂੰ ਮੇਰੇ ਨਾਲ ਤੂੰ ਚੱਲਣਾ ਹੈ। ਸੋ ਇਸੇ ਤਰ੍ਹਾਂ ਹੀ ਇੱਕ ਵੇਸਵਾ ਸੀ, ਉਸਨੂੰ ਆਖਿਆ ਕਿ ਭਾਈ ਇੰਨੀ ਤਰੀਕ ਨੂੰ ਤੂੰ ਮੇਰੇ ਨਾਲ ਜਾਣਾ ਹੈ। ਇੱਕ ਸੰਤ ਮਹਾਤਮਾ ਸਨ ਮਹਾਂਪੁਰਖ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਂਪੁਰਖੋ ਰਾਜ ਦਰਬਾਰ ਦੇ ਵਿੱਚ ਮੈਨੂੰ ਲੋੜ ਪੈ ਗਈ, ਆਪ ਜੀ ਕਿਰਪਾ ਕਰਕੇ ਉੱਥੇ ਦਰਸ਼ਨ ਦੇਣੇ ਨੇ। ਸੋ ਇਸ ਤਰੀਕੇ ਨਾਲ ਇੱਕ ਸ਼ਾਹੂਕਾਰ ਨੂੰ ਬੇਨਤੀ ਕੀਤੀ ਕਿ ਤੁਸੀਂ ਵੀ ਉੱਥੇ ਆਉਣਾ ਹੈ। ਜਿਹੜਾ ਈਰਖਾਲੂ ਪੰਡਤ ਸੀ ਤੇ ਉਸਨੂੰ ਉਸ ਲੜਕੀ ਨੇ 500 ਰੁਪਈਆ ਰਿਸ਼ਵਤ ਦਿੱਤੀ, ਇੱਕ ਚਿੱਟੇ ਕੱਪੜਿਆਂ ਦੇ ਵਿੱਚ ਲਪੇਟ ਕੇ ਉਸਨੂੰ ਕੁਝ ਦੇ ਦਿੱਤਾ। ਤਾਂ ਉਸਨੇ ਲੈ ਲਿਆ ਕਿ ਲਓ ਪੰਡਤ ਜੀ ਆਪ ਜੀ ਨੂੰ ਇਹ ਤੋਹਫਾ ਗਿਫਟ ਹੈ ਆਪ ਜੀ ਵਾਸਤੇ, ਆ ਲਓ 500 ਰੁਪਈਆ, ਤੁਸੀਂ ਬਹੁਤ ਵਧੀਆ ਵਿਦਵਾਨ ਪੰਡਤ ਹੋ। ਤਾਂ ਉਸਨੇ ਪੁੱਛਿਆ ਨਹੀਂ ਇਸ ਵਿੱਚ ਕੀ ਹੈ, ਉਸਨੇ ਚੁੱਪ ਕਰਕੇ ਆਪਣੀ ਕੱਛ ਚਲਾ ਲਿਆ, ਜਾਣੀ ਆਪਣੇ ਕੋਲ ਰੱਖ ਲਿਆ। ਆਓ ਜੀ ਪੰਡਤ ਜੀ, ਸਾਰਿਆਂ ਨੂੰ ਨਾਲ ਲੈ ਕੇ ਜਿਹੜੀ ਤਰੀਕ ਨੀਅਤ ਹੋਈ ਸੀ ਰਾਜ ਦਰਬਾਰ ਦੇ ਵਿੱਚ ਆ ਗਏ। ਸੋ ਜਦੋਂ ਸਾਰੇ ਉੱਥੇ ਪਹੁੰਚੇ ਤਾਂ ਰਾਜੇ ਨੂੰ ਆਖਿਆ ਕਿ ਪੁੱਛੋ ਆਪਣੇ ਪ੍ਰਸ਼ਨ, ਤੁਸੀਂ ਕਿਹੜੇ ਪੁੱਛਣੇ ਚਾਹੁੰਦੇ ਹੋ? ਤਾਂ ਰਾਜੇ ਨੇ ਆਖਿਆ ਕਿ ਭਾਈ ਇਉਂ ਦੱਸੋ ਤੇ ਇੱਥੇ ਕਿਹੜਾ ਦੁਖੀ ਹੋਵੇਗਾ ਤੇ ਅੱਗੇ ਵੀ ਕਿਹੜਾ ਦੁਖੀ ਹੋਵੇਗਾ? ਤਾਂ ਲੜਕੀ ਨੇ ਜਿਹੜਾ ਲੱਕੜਹਾਰਾ ਸੀ ਉਹ ਅੱਗੇ ਕਰ ਦਿੱਤਾ ਕਿ ਮਹਾਰਾਜ ਜੀ ਇਹ ਲੱਕੜਹਾਰਾ ਗਰੀਬ ਹੈ, ਇੱਥੇ ਵੀ ਇਹ ਦੁਖੀ ਹੈ, ਇਹ ਦਸਵੰਧ ਨਹੀਂ ਕੱਢਦਾ, ਇਹ ਦਾਨ ਪੁੰਨ ਨਹੀਂ ਕਰਦਾ, ਇਸ ਕਰਕੇ ਇਹ ਅਗਲਾ ਜਨਮ ਵੀ ਤਾਂ ਗਰੀਬੀ ਦਾਵੇ ਵਿੱਚ ਹੋਏਗਾ, ਇਹ ਅੱਗੇ ਵੀ ਜਾ ਕੇ ਜਾਣੀ ਇਹ ਦੁਖੀ ਹੀ ਹੋਵੇਗਾ। ਇਹਨੂੰ ਇੱਥੇ ਵੀ ਸੁੱਖ ਨਹੀਂ ਮਿਲੇਗਾ, ਇਹਨੂੰ ਪਰਲੋਕ ਵਿੱਚ ਵੀ ਇਸ ਨੂੰ ਸੁੱਖ ਨਹੀਂ ਮਿਲੇਗਾ। ਰਾਜਾ ਸੰਤੁਸ਼ਟ ਹੋਇਆ। ਤਾਂ ਰਾਜੇ ਨੇ ਆਖਿਆ ਕਿ ਦੂਸਰੇ ਪ੍ਰਸ਼ਨ ਦਾ ਉੱਤਰ ਦਿਓ, ਇੱਥੇ ਕਿਹੜਾ ਸੁਖੀ ਹੈ ਤੇ ਅੱਗੇ ਕਿਹੜਾ ਦੁਖੀ ਹੋਵੇਗਾ? ਤਾਂ ਰਾਜੇ ਨੇ ਆਖਿਆ, ਆ ਵੇਸਵਾ ਰਾਜੇ ਦੇ ਮੂਹਰੇ ਕਰ ਦਿੱਤੀ ਉਸ ਪੰਡਤ ਦੀ ਲੜਕੀ ਨੇ, ਤੇ ਆਖਿਆ ਇਹ ਇੱਥੇ ਸੁੱਖ ਮਹਿਸੂਸ ਕਰਦੀ ਹੈ, ਵਿਸਾਰ ਹਰ ਜੀਉ ਬਿਖੈ ਭੋਗੈ, ਤਪ ਥੰਮ ਗਲ ਲਾਏ, ਅੱਗੇ ਇਸ ਨੂੰ ਸਜ਼ਾਵਾਂ ਮਿਲਣਗੀਆਂ, ਅੱਗੇ ਦੁਖੀ ਹੋਵੇਗੀ, ਇੱਥੇ ਸੁੱਖ ਮਹਿਸੂਸ ਕਰਦੀ ਹੈ ਵਿਕਾਰਾਂ ਦੇ ਵਿੱਚ, ਪਰ ਪਰਲੋਕ ਵਿੱਚ ਇਸ ਨੂੰ ਦੁੱਖ ਮਿਲੇਗਾ। ਸੋ ਰਾਜਾ ਫਿਰ ਸੰਤੁਸ਼ਟ ਹੋਇਆ ਵੀ ਤੇਰਾ ਉੱਤਰ ਬਿਲਕੁਲ ਠੀਕ ਹੈ। ਸੋ ਤੀਸਰੇ ਪ੍ਰਸ਼ਨ ਦਾ ਉੱਤਰ ਜਦੋਂ ਪੁੱਛਿਆ
ਤਾਂ ਆਖਿਆ ਕਿ ਇੱਥੇ ਕਿਹੜਾ ਦੁਖੀ ਹੈ ਅਤੇ ਅੱਗੇ ਕਿਹੜਾ ਸੁਖੀ ਹੋਵੇਗਾ। ਤਾਂ ਲੜਕੀ ਨੇ ਮਹਾਂਪੁਰਖਾਂ ਨੂੰ ਅੱਗੇ ਕਰ ਦਿੱਤਾ, ਸੰਤਾਂ ਨੂੰ ਅੱਗੇ ਕਰ ਦਿੱਤਾ ਕਿ ਇੱਥੇ ਇਹ ਸਰੀਰ ਦੇ ਉੱਪਰ ਕਸ਼ਟ ਚੱਲਦੇ ਨੇ, ਤਪੱਸਿਆ ਕਰਦੇ ਨੇ, ਨਾਮ ਸਿਮਰਨ ਜਪਦੇ ਨੇ। ਸੋ ਇੱਥੇ ਇਹ ਭਗਤੀ ਕਰਦੇ ਨੇ ਪਰਮੇਸ਼ਰ ਦੀ, ਸਰੀਰ ਦੇ ਉੱਪਰ ਦੁੱਖ ਚੱਲਦੇ ਨੇ, ਇਹ ਗਰਮੀ ਸਰਦੀ ਨੂੰ ਬਰਦਾਸ਼ਤ ਕਰਦੇ ਨੇ। ਸੋ ਪਰ ਇਹਨਾਂ ਨੂੰ ਪਰਲੋਕ ਵਿੱਚ ਸੁੱਖ ਮਿਲੇਗਾ, ਇਹਨਾਂ ਨੂੰ ਨਾਮ ਜਪਣ ਦਾ ਜਿਹੜਾ ਫਲ ਆ ਉਹ ਪ੍ਰਾਪਤ ਹੋਏਗਾ। ਰਾਜਾ ਫਿਰ ਸੰਤੁਸ਼ਟ ਹੋਇਆ ਕਿ ਇਹ ਬੇਟਾ ਤੇਰਾ ਉੱਤਰ ਬਿਲਕੁਲ ਠੀਕ ਹੈ। ਸੋ ਉਸ ਤੋਂ ਅੱਗੇ ਪੁੱਛਿਆ, ਚੌਥੇ ਪ੍ਰਸ਼ਨ ਦਾ ਉੱਤਰ ਦਿਓ ਜੀ ਕਿ ਇੱਥੇ ਕਿਹੜਾ ਸੁਖੀ ਹੋਵੇਗਾ, ਅੱਗੇ ਕਿਹੜਾ ਸੁਖੀ ਹੋਵੇਗਾ। ਤਾਂ ਲੜਕੀ ਨੇ ਸ਼ਾਹੂਕਾਰ ਨੂੰ ਅੱਗੇ ਕਰ ਦਿੱਤਾ ਕਿ ਜਿਹੜਾ ਇਹ ਸ਼ਾਹੂਕਾਰ ਹੈ ਇਹ ਇੱਥੇ ਨਾਮ ਵੀ ਜਪਦਾ ਹੈ ਅਤੇ ਸ਼ਾਹੂਕਾਰ ਵੀ ਹੈ, ਇਹ ਇਸ ਦੇ ਪਾਸ ਜਾਂ ਧਨ ਦੌਲਤ ਵੀ ਹੈ, ਉਸ ਕਰਕੇ ਇੱਥੇ ਵੀ ਸੁਖੀ ਹੈ। ਇਹ ਦਾਨ ਪੁੰਨ ਵੀ ਕਰਦਾ ਹੈ, ਦਸਵੰਧ ਵੀ ਇਹ ਕੱਢਦਾ ਹੈ, ਨਾਮ ਵੀ ਜਪਦਾ ਹੈ, ਇਸ ਕਰਕੇ ਅੱਗੇ ਪਰਲੋਕ ਵਿੱਚ ਵੀ ਇਹ ਸੁਖੀ ਹੋਵੇਗਾ। ਸੋ ਇਸ ਨੂੰ ਇੱਥੇ ਵੀ ਸੁੱਖ ਹੈ, ਅੱਗੇ ਪਰਲੋਕ ਵਿੱਚ ਵੀ ਸੁੱਖ ਹੈ। ਅਤੇ ਰਾਜਾ ਸੰਤੁਸ਼ਟ ਹੋਇਆ ਕਿ ਉੱਤਰ ਬਿਲਕੁਲ ਠੀਕ ਹੈ। ਅਤੇ 5ਵੇਂ ਪ੍ਰਸ਼ਨ ਦਾ ਉੱਤਰ ਪੁੱਛਿਆ ਕਿ ਪਾਪ ਦਾ ਬਾਪ ਕੌਣ ਹੈ, ਕਿਉਂ ਪੁੱਛਿਆ। ਤਾਂ ਲੜਕੀ ਨੇ ਆਖਿਆ ਕਿ ਪਾਪ ਦਾ ਬਾਪ ਲੋਭ ਹੋਇਆ ਕਰਦਾ। ਜਿਉਂ ਕੂਕਰ ਹਰਕਾਇਆ ਧਾਵੈ ਦਸ ਦਿਸ ਜਾਏ, ਲੋਭੀ ਜੰਤ ਨਾ ਜਾਣਾਈ ਭਖ ਅਭਖ ਸਭ ਖਾਏ। ਤਾਂ ਲੜਕੀ ਨੇ ਜਿਹੜਾ ਉਹ ਈਰਖਾਲੂ ਪੰਡਤ ਦੀ ਉਸ ਨੂੰ ਅੱਗੇ ਕਰ ਦਿੱਤਾ। ਤਾਂ ਆਖਿਆ ਜੀ ਇਹ ਲੋਭੀ ਪੰਡਤ ਹੈ, ਇਹ ਲਾਲਚੀ ਪੰਡਤ ਹੈ। ਮੈਂ ਚਿੱਟੇ ਵਸਤਰਾਂ ਦੇ ਵਿੱਚ ਲਪੇਟ ਕੇ ਇੱਕ ਮਰਿਆ ਹੋਇਆ ਕਤੂਰਾ ਇਸ ਨੂੰ ਦਿੱਤਾ ਸੀ, ਪਰ ਇਸ ਨੇ 500 ਰੁਪਏ ਦਾ ਲਾਲਚ ਇਸ ਨੇ ਦੇਖਿਆ, ਉਹ ਮੇਰੇ ਤੋਂ ਲੈ ਲਿਆ। ਇਸ ਨੇ ਪੁੱਛਿਆ ਵੀ ਨਹੀਂ ਇਸ ਵਿੱਚ ਕੀ ਹੈ, ਕਿਉਂਕਿ ਲੋਭ ਨੇ ਇਸ ਨੂੰ ਅੰਨਾ ਕਰ ਦਿੱਤਾ ਸੀ। ਸੋ ਉਹ ਜਿਹੜਾ ਈਰਖਾਲੂ ਪੰਡਤ ਸੀ ਉਸ ਨੂੰ ਅੱਗੇ ਕਰ ਦਿੱਤਾ। ਤਾਂ ਜਦੋਂ ਉਹ ਵਸਤਰ ਖੋਲ੍ਹ ਕੇ ਦੇਖੇ ਤਾਂ ਉਸ ਵਿੱਚੋਂ ਮਰਿਆ ਹੋਇਆ ਕੁੱਤਾ ਨਿਕਲਿਆ। ਤਾਂ ਮਹਾਰਾਜ ਜੀ ਇਹ ਆਪ ਜੀ ਦੇ 5 ਪ੍ਰਸ਼ਨਾਂ ਦੇ ਉੱਤਰ ਹਨ ਕਿ ਜਿਹੜਾ ਇਹ ਲੋਭੀ ਪੰਡਤ ਹੈ। ਸੋ ਰਾਜਾ ਸੰਤੁਸ਼ਟ ਹੋਇਆ ਅਤੇ ਉਸਨੇ ਉਸ ਲੜਕੀ ਨੂੰ ਔਰ ਉਸ ਦੇ ਪਿਤਾ ਜੋ ਪਹਿਲਾ ਪੰਡਤ ਸੀ ਉਸ ਨੂੰ ਇਨਾਮ ਦਿੱਤਾ। ਸੋ ਆਪਾਂ ਨੇ ਸਾਖੀ ਤੋਂ ਸਿੱਖਿਆ ਲੈਣੀ ਹੁੰਦੀ ਹੈ ਸਾਧ ਸੰਗਤ ਜੀ। ਇਹ ਜੋ ਵਿਕਾਰ ਨੇ ਇਹ ਸਾਧ ਸੰਗਤ ਜੀ ਆਪਣੇ ਵਿੱਚ ਵੀ ਹੁੰਦੇ ਨੇ। ਸੋ ਵੱਡੇ ਵੱਡੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਹਾਰਾਜ ਜੀ ਆਖਦੇ ਨੇ ਇਹਨਾਂ ਦਾ ਨਾਸ਼ ਕਿਵੇਂ ਹੋਏਗਾ। ਸਿੱਖ ਪੁੱਛਦਾ ਹੈ ਅਤੇ ਮਹਾਰਾਜ ਜੀ ਉੱਤਰ ਦਿੰਦੇ ਨੇ ਇਸ ਦਾ ਨਾਸ਼ ਇਸ ਤਰ੍ਹਾਂ ਹੋਏਗਾ। ਸੋ ਵੱਡੇ ਵੱਡੇ ਜਤੀ ਤਪੀ, ਵੱਡੇ ਵੱਡੇ ਰਿਸ਼ੀ ਮੁਨੀ ਤਪੱਸਿਆ ਕਰਿਆ ਕਰਦੇ ਸਨ। ਸੋ ਉਹ ਫਿਰ ਵੀ ਇਹਨਾਂ ਤੋਂ ਬਚ ਨਾ ਸਕੇ। ਜਿਵੇਂ ਆਪਾਂ ਨੇ ਪਹਿਲਾਂ ਗੱਲਾਂ ਆਖੀਆਂ ਨੇ ਕਿ ਦੇਖੋ ਇਤਨੀ ਜ਼ਿਆਦਾ ਈਰਖਾ, ਇਤਨਾ ਜ਼ਿਆਦਾ ਕ੍ਰੋਧ ਉਹਨਾਂ ਦੇ ਵਿੱਚ, ਕ੍ਰੋਧ ਵਸ ਹੋ ਕੇ ਵੱਡੇ ਵੱਡੇ ਸ਼ਰਾਪ ਦੇ ਦਿੰਦੇ ਸਨ। ਮਹਾਰਾਜ ਕਹਿੰਦੇ ਇਹ ਨਾਸ਼ ਕਿਵੇਂ ਹੋਣਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ ਕਿ ਜੇ ਤੂੰ ਕੰਨਾਂ ਦੁਆਰਾ ਪਰਮੇਸ਼ਰ ਦਾ ਨਾਮ ਸੁਣੇਗਾ ਔਰ ਰਸਨਾ ਦੁਆਰਾ ਨਾਮ ਦਾ ਤੂੰ ਉਚਾਰਨ ਕਰੇਗਾ ਤਾਂ ਇਹ ਨਾਸ਼ ਹੋ ਜਾਣਗੇ। ਸੋ ਜਿਹੜੀ ਉਹ ਪਹਿਲੀ ਪੰਕਤੀ ਹੈ ਉਸ ਦਾ ਹੀ ਇਹ ਮਹਾਤਮ ਫਲ ਦੱਸ ਰਹੇ ਨੇ ਮਹਾਰਾਜ ਜੀ ਕਿ ਕਾਮ ਕ੍ਰੋਧ ਨਾ ਮੋਹੀ ਹੈ ਬਿਨਸਾ ਲੋਭ ਸਵਾਨ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਵਾਨ ਆਖਿਆ ਜਾਂਦਾ ਕੁੱਤੇ ਨੂੰ, ਲੋਭ ਰੂਪੀ ਕੁੱਤਾ, ਇਸ ਦਾ ਵੀ ਨਾਸ਼ ਹੋ ਜਾਏਗਾ, ਬਿਨਸ ਜਾਏਗਾ। ਸੋ ਇਹਨਾਂ ਦਾ ਨਾਸ਼ ਹੋ ਜਾਏਗਾ ਜਿਹੜਾ ਕਿ ਕੰਨਾਂ ਦੁਆਰਾ ਪਰਮੇਸ਼ਰ ਦਾ ਨਾਮ ਸੁਣਦਾ ਹੈ ਔਰ ਰਸਨਾ ਦੁਆਰਾ ਨਾਮ ਦਾ ਉਚਾਰਨ ਕਰਦਾ ਹੈ। ਸੋ ਇਹ ਸੱਚਾ ਮਾਰਗ ਹੈ ਪਰਮੇਸ਼ਰ ਦਾ, ਇਸ ਉੱਪਰ ਜਿਹੜਾ ਚੱਲਦਾ ਹੈ ਸੋ ਉਸ ਦਾ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਅੱਗੇ ਮਹਾਰਾਜ ਜੀ ਫਰਮਾਨ ਕਰਦੇ ਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹ ਜੋ ਸੱਚਾ ਮਾਰਗ ਹੈ ਨਾਮ ਜਪਣ ਦਾ, ਸੇਵਾ ਕਰਨ ਦਾ, ਨਾਮ ਨੂੰ ਕੰਨਾਂ ਦੁਆਰਾ ਸੁਣਨ ਦਾ, ਇਸ ਵਿੱਚ ਹੌਲੀ ਹੌਲੀ ਜਦੋਂ ਸੁਰਤ ਟਿਕਦੀ ਹੈ ਫਿਰ ਨਾਮ ਅੰਦਰ ਪ੍ਰਵੇਸ਼ ਕਰ ਜਾਏਗਾ।
ਨਾਮ ਦੀ ਕਲਾ ਵਰਤਣੀ ਸ਼ੁਰੂ ਹੋ ਜਾਏਗੀ। ਸਵਾਸਾਂ 'ਤੇ ਨਾਮ ਆ ਜਾਏਗਾ, ਸਵਾਸਾਂ ਦਾ ਰਸ ਸਿੱਖ ਨਾਮ ਜਪਦਾ ਰਹੇਗਾ। ਸੋ ਸੰਗਤ ਜੀ, ਆਪਣੇ ਕਾਰੋਬਾਰ ਕਰਦੇ ਹੋਏ ਵੀ ਮਨੁੱਖ ਨਾਮ ਜਪ ਸਕਦਾ, ਨਾਮ ਦਾ ਜਾਪ ਹੋ ਸਕਦਾ, ਐਸੀ ਕੋਈ ਗੱਲ ਨਹੀਂ ਹੈ। ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵਾ ਜਿਹੜਾ ਚੀਤ ਹੈ ਉਹਨੂੰ ਨਿਰੰਜਨ ਦੇ ਨਾਲ ਰੱਖਣਾ ਹੁੰਦਾ, ਚਿੱਤ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਣਾ। ਸੱਚਾ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ। ਜਿਹੜਾ ਸਾਰਾ ਜਹਾਨ ਹੈ ਲੋਕ ਨੇ ਉਹ ਫਿਰ ਉਸਤਤ ਕਰਦੇ ਨੇ। ਜਿਹੜਾ ਐਸੇ ਸੱਚੇ ਮਾਰਗ ਦੇ ਉੱਪਰ ਜੋ ਮੇਰੇ ਸਤਿਗੁਰ ਮਹਾਰਾਜ ਜੀ ਦਰਸਾਉਂਦੇ ਹਨ, ਜੋ ਐਸੇ ਮਾਰਗ ਦੇ ਉੱਪਰ ਚੱਲਦਾ ਹੈ, ਉਸ ਦੀ ਫਿਰ ਲੋਕ ਪਰਲੋਕ ਵਿੱਚ ਸੋਭਾ ਹੁੰਦੀ ਹੈ। ਅੱਗੇ ਮਹਾਰਾਜ ਜੀ ਫਰਮਾਨ ਕਰਦੇ ਨੇ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜੀਵਾਂ ਨੇ ਪਰ ਦਇਆ ਕਰਨੀ ਇਹੀ ਪ੍ਰਵਾਨ ਹੈ, ਇਹੀ ਸੋਭਨੀਕ ਹੈ। ਉਸ ਦੇ ਨਾਲ 68 ਤੀਰਥਾਂ ਦਾ ਪੁੰਨ ਫਲ ਸਾਨੂੰ ਪ੍ਰਾਪਤ ਹੋ ਜਾਏਗਾ। ਸਾਧ ਸੰਗਤ ਜੀ, ਲੋਕੀ ਤੀਰਥਾਂ 'ਤੇ ਜਾਂਦੇ ਨੇ। ਸੋ ਜਿਹੜੀ ਦਇਆ ਹੈ ਇਹ ਇਸ ਤੋਂ ਕਈ ਗੁਣਾ ਵੱਡੀ ਮਹਾਨ ਹੈ। ਧੌਲ ਧਰਮ ਦਇਆ ਕਾ ਪੂਤ, ਜਿਸ ਦੇ ਪੱਲੇ ਦਇਆ ਹੈ ਸੋ ਧਰਮ ਰੂਪੀ ਪੁੱਤਰ ਵੀ ਉੱਥੇ ਆ ਜਾਏਗਾ। ਜੇ ਦਇਆ ਮਾਂ ਹੈ ਤਾਂ ਧਰਮ ਪੁੱਤਰ ਹੈ। ਸਾਧ ਸੰਗਤ ਜੀ, ਜੇ ਕੋਈ ਸ਼ੰਕਾ ਕਰੇ ਕਿ ਫਿਰ ਪਿਤਾ ਕੌਣ ਹੋਇਆ, ਮਹਾਰਾਜ ਜੀ ਦੱਸਦੇ ਨੇ ਕਿ ਪਿਤਾ ਨੇ ਇਸ ਦੇ ਪ੍ਰੇਮ। ਜੇ ਦਇਆ ਪ੍ਰੇਮ ਦੇ ਨਾਲ ਕੀਤੀ ਜਾਏਗੀ, ਲੋਕੀ ਲੰਗਰ ਲਾਉਂਦੇ ਨੇ, ਦਇਆ ਕਰਦੇ ਨੇ, ਪਰ ਉਸ ਦੇ ਵਿੱਚ ਜਦ ਪ੍ਰੇਮ ਨਹੀਂ ਨਾ ਹੁੰਦਾ, ਮਨ ਦੇ ਵਿੱਚ ਉਸੇ ਤਰ੍ਹਾਂ ਹੀ ਹੰਕਾਰ ਦੇ ਵਿੱਚ ਆ ਕੇ ਦਾਨ ਕਰਦਾ ਮਨੁੱਖ। ਮੈਂ ਸੇਵਾ ਕਰਦਾ, ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ, ਮੈਂ ਨਾ ਹੋਵਾਂ ਸੇਵਾ ਨਹੀਂ ਕੋਈ ਕਰ ਸਕਦਾ। ਸੋ ਇਹ ਹੰਕਾਰ ਧਾਰਨ ਕਰਕੇ ਜੇ ਕੋਈ ਸੇਵਾ ਕਰਦਾ ਉਸ ਦਾ ਫਲ ਨਹੀਂ ਪ੍ਰਾਪਤ ਹੋਏਗਾ। ਜੇ ਉਹ 68 ਤੀਰਥ ਨਾਵੈ, ਜੇ ਉਹ ਦੁਆਦਸ ਸਿਲਾ ਪੁਜਾਵੈ। ਸੋ ਭਾਵੇਂ ਉਹ 68 ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੇ, ਉਸ ਮਰਜ਼ੀ ਕਰੇ। ਜੇ ਉਹ ਕੂਪ ਤਟਾ ਦੇ ਵਾਵੈ, ਜੋ ਕੂਪ ਆਖਿਆ ਜਾਂਦਾ ਹੈ ਖੂਹ ਨੂੰ, ਕਰੈ ਨਿੰਦ ਸਭ ਬਿਰਥਾ ਜਾਵੇ। ਜੇ ਇਤਨੇ ਜ਼ਿਆਦਾ ਕਾਰਜ ਕਰਕੇ ਵੀ ਉਹ ਨਿੰਦਿਆ ਕਰਦਾ ਰਹੇਗਾ ਨਾ, ਕਰੈ ਨਿੰਦ ਸਭ ਬਿਰਥਾ ਜਾਵੇ, ਸਭ ਬਿਰਥ ਚਲਾ ਜਾਏਗਾ। ਸੋ ਮਹਾਰਾਜ ਜੀ ਆਖਦੇ ਨੇ ਕਿ ਪ੍ਰੇਮ ਦੇ ਨਾਲ ਤੂੰ ਸੇਵਾ ਕਰਨੀ ਹੈ, ਪ੍ਰੇਮ ਦੇ ਨਾਲ ਹੀ ਤੂੰ ਸਿਮਰਨ ਕਰਨਾ ਹੈ। ਸੋ ਦਇਆ, ਪ੍ਰੇਮ ਔਰ ਧਰਮ। ਸੋ ਧਰਮ ਪੁੱਤਰ ਹੈ, ਦਇਆ ਮਾਂ ਹੈ ਅਤੇ ਪ੍ਰੇਮ ਪਿਤਾ ਹੈ। ਸੋ ਪ੍ਰੇਮ ਦੇ ਨਾਲ ਦਇਆ ਕੀਤੀ ਜਾਵੇ, ਉਸ ਦੇ ਨਾਲ ਧਰਮ ਰੂਪੀ ਪੁੱਤਰ ਫਿਰ ਪੈਦਾ ਹੁੰਦਾ ਹੈ। ਸੋ ਦਇਆ ਦੇ ਵਿੱਚੋਂ ਬੇਅੰਤ ਸਾਧ ਸੰਗਤ ਜੀ ਬਖਸ਼ਿਸ਼ਾਂ ਮਿਲਦੀਆਂ ਨੇ। ਮਹਾਰਾਜ ਆਖਦੇ ਨੇ ਕਿ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਫਲ ਤੈਨੂੰ ਘਰ ਬੈਠੇ ਹੀ ਪ੍ਰਾਪਤ ਹੋ ਜਾਏਗਾ ਜੇ ਤੂੰ ਦਇਆ ਕਰੇਂਗਾ। ਸਾਧ ਸੰਗਤ ਜੀ, ਦਇਆ ਦੀਆਂ ਸਾਖੀਆਂ ਆਉਂਦੀਆਂ ਹਨ। ਇੱਕ ਰਹਿਬਾ ਨਾਮ ਦੀ ਮੁਸਲਮਾਨ ਲੜਕੀ ਸੀ, ਛੋਟੀ ਉਮਰ ਵਿੱਚ ਸੀ। ਇਸ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਇਕੱਲੀ ਰਹਿ ਗਈ ਅਤੇ ਕਿਸੇ ਨੇ ਇਸ ਲੜਕੀ ਨੂੰ ਆਪਣੇ ਕੋਲ ਰੱਖਿਆ ਅਤੇ ਇਸ ਨੂੰ ਪੈਸੇ ਦੇ ਕੇ ਲੈ ਕੇ ਜਾਣੀ ਇਸ ਨੂੰ ਵੇਚ ਦਿੱਤਾ। ਵੇਚਿਆ ਵੀ ਕਿਤੇ, ਵੇਸਵਾ ਦੇ ਕੋਲੇ ਵੇਚ ਦਿੱਤਾ। ਸੋ ਜਦੋਂ ਹੌਲੀ ਹੌਲੀ ਇਹ ਜਵਾਨ ਹੋਈ, ਪਰਮੇਸ਼ਰ ਦੀ ਭਗਤਣੀ ਸੀ, ਨਾਮ ਜਪਦੀ ਸੀ ਪਰਮੇਸ਼ਰ ਦਾ। ਸਾਧ ਸੰਗਤ ਜੀ, ਨਾਮ ਸਾਰੇ ਵਧੀਆ ਨੇ। ਕੋਈ ਅੱਲਾ ਜਪਦਾ, ਰਾਮ ਜਪਦਾ, ਖੁਦਾ ਜਪਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਸਾਰੇ ਨਾਮ ਪਵਿੱਤਰ ਨੇ। ਸੋ ਇਹ ਅੱਲਾ ਅੱਲਾ ਜਪਿਆ ਕਰਦੀ ਸੀ। ਇਹ ਮੁਸਲਮਾਨਾਂ ਦੀ ਲੜਕੀ ਸੀ। ਜਵਾਨ ਹੋਈ ਤਾਂ ਵੇਸਵਾ ਨੇ ਵੀ ਇਸ ਤੋਂ ਵੈਸਾ ਹੀ ਕੁਕਰਮ ਕਰਾਉਣਾ ਚਾਹਿਆ। ਸੋ ਇੱਕ ਸ਼ਾਹੂਕਾਰ ਵੇਸਵਾ ਦੇ ਪਾਸ ਆਇਆ ਤਾਂ ਉਸਨੇ ਇਸ ਲੜਕੀ ਦੇ ਪਾਸ ਭੇਜਿਆ ਤਾਂ ਕੋਈ ਨਾਮ ਜਪਦੀ ਹੈ। ਇਸ ਦੀ ਰਸਨਾ ਦੇ ਉੱਪਰ, ਇਸ ਦੇ ਮਨ ਦੇ ਉੱਪਰ, ਤਨ ਦੇ ਉੱਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅੱਲਾ ਦਾ ਨਾਮ ਦਾ ਨੂਰ ਚੜ੍ਹਿਆ ਹੋਇਆ ਇਸ ਦੇ ਉੱਪਰ।
ਸਾਧ ਸੰਗਤ ਜੀ, ਪਰਮੇਸ਼ਰ ਆਪਣੇ ਪਿਆਰਿਆਂ ਦੀ ਫਿਰ ਰਾਖੀ ਕਰਦਾ ਹੈ। ਉਸ ਸ਼ਾਹੂਕਾਰ ਨੂੰ ਕੀ ਦਿਖਿਆ ਕਿ ਇੱਥੇ ਤਾਂ ਕੋਈ ਸ਼ੇਰ ਨਹੀਂ ਬੈਠੀ ਹੈ, ਤਾਂ ਉਹ ਸ਼ਾਹੂਕਾਰ ਡਰ ਗਿਆ ਵੀ ਇਹ ਤਾਂ ਸ਼ੇਰ ਹੈ, ਇਹ ਤਾਂ ਸ਼ੇਰ ਨਹੀਂ ਹੈ ਕੋਈ। ਤਾਂ ਉਸਨੇ ਜਦੋਂ ਡਰੇ ਹੋਏ ਨੇ ਸੋਚਿਆ ਕਿ ਮੇਰੀ ਹੀ ਗਲਤ ਬਿਰਤੀ ਹੈ, ਮੈਂ ਮਾੜੀ ਬਿਰਤੀ ਨਾਲ ਇਸ ਦੇ ਪਾਸ ਆਇਆ ਹਾਂ। ਉਸਨੇ ਪਰਮੇਸ਼ਰ ਨੂੰ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ ਅੱਲਾਹ ਤਾਲਾ, ਮੇਰੇ ਤੋਂ ਗਲਤੀ ਹੋ ਗਈ ਹੈ, ਇਹ ਤਾਂ ਮੇਰੀ ਪੁੱਤਰੀ ਦੇ ਸਮਾਨ ਹੈ, ਮੇਰੀ ਬੇਟੀ ਦੇ ਸਮਾਨ ਹੈ। ਤਾਂ ਜਦੋਂ ਉਸਨੇ ਬੇਟੀ ਦੀ ਨਿਗਾਹ ਨਾਲ ਦੇਖਿਆ ਤਾਂ ਉਸ ਨੂੰ ਬੇਟੀ ਹੀ ਨਜ਼ਰ ਆਈ, ਰਹਿਬਾਂ ਬੈਠੀ ਉਸ ਨੂੰ ਨਾਮ ਜਪਦੀ ਹੋਈ ਉਸ ਨੂੰ ਨਜ਼ਰ ਆਈ। ਤਾਂ ਉਸਨੇ ਸੋਚਿਆ ਕਿ ਇਹ ਲੜਕੀ ਬਹੁਤ ਅੱਛੀ ਹੈ, ਮੈਂ ਆਪਣੀ ਪੁੱਤਰੀ ਬਣਾ ਕੇ ਇਸ ਨੂੰ ਮੈਂ ਆਪਣੇ ਘਰ ਵਿੱਚ ਰੱਖਾਂਗਾ। ਉਸਨੇ ਵੇਸਵਾ ਨੂੰ ਪੈਸੇ ਦਿੱਤੇ, ਉਸ ਲੜਕੀ ਨੂੰ ਆਪਣੇ ਘਰ ਲੈ ਗਿਆ ਕਿ ਬੇਟਾ, ਜਿਸ ਤਰ੍ਹਾਂ ਮੇਰੀਆਂ ਹੋਰ ਬੇਟੀਆਂ ਨੇ ਉਸੇ ਤਰ੍ਹਾਂ ਤੂੰ ਵੀ ਮੇਰੀ ਬੇਟੀ ਹੈ। ਅਤੇ ਉਹ ਬੇਟੀ ਬਣ ਕੇ ਜਾਣੀ ਉਸ ਸ਼ਾਹੂਕਾਰ ਦੇ ਪਾਸ ਰਹਿੰਦੀ ਰਹੀ। ਕੁਝ ਸਮਾਂ ਬੀਤਿਆ, ਉਸਨੇ ਆਖਿਆ ਪਿਤਾ ਜੀ, ਮੈਂ ਮੱਕੇ ਦੀ ਯਾਤਰਾ ਕਰਨੀ ਚਾਹੁੰਦੀ ਹਾਂ, ਮੈਂ ਮੱਕੇ ਦਾ ਹੱਜ ਕਰਨਾ ਚਾਹੁੰਦੀ ਹਾਂ। ਉਹ ਕਹਿੰਦੇ ਪੁੱਤਰੀ ਜਾਓ, ਖਰਚਾ ਪਾਣੀ ਦਿੱਤਾ। ਸੋ ਹੱਜ ਕਰਨ ਵਾਸਤੇ ਜਾ ਰਹੀ ਹੈ। ਜਾਂਦੀ ਜਾਂਦੀ ਕੀ ਹੁੰਦਾ, ਅੱਗੇ ਕੀ ਦੇਖਦੀ ਹੈ, ਅਤੇ ਕੋਈ ਕੁੱਤੀ ਦੇ ਕਤੂਰੇ ਨੇ ਉਹ ਪਿਆਸ ਨਾਲ ਵਿਲਕ ਰਹੇ ਨੇ। ਉਸਨੇ ਦੇਖਿਆ ਕਿ ਇੱਕ ਜਗ੍ਹਾ ਦੇ ਉੱਪਰ ਖੂਹ ਹੈ, ਉੱਥੇ ਪਾਣੀ ਹੈ, ਅਤੇ ਆਪਣੇ ਕੇਸਾਂ ਦੇ ਜਿਹੜੇ ਰੋਮ ਨੇ ਇਹਨਾਂ ਨੂੰ ਉਸਨੇ ਪੁੱਟਿਆ, ਆਪਣੇ ਵਸਤਰ ਉਸਨੇ ਪਾੜ ਲਏ। ਉਹ ਵਸਤਰ ਨੂੰ ਪਾਣੀ ਦੇ ਵਿੱਚ ਡੁਬੋ ਕੇ ਉੱਥੋਂ ਪਾਣੀ ਆ ਜਾਂਦਾ ਹੈ, ਫਿਰ ਉਹਨਾਂ ਦੇ ਮੂੰਹ ਦੇ ਵਿੱਚੋਂ ਪਾਉਂਦੀ ਹੈ। ਉਹ ਸਾਰਿਆਂ ਦੀ ਉਸਨੇ ਪਿਆਸ ਬੁਝਾਈ ਅਤੇ ਔਰ ਥੱਕ ਗਈ ਬਹੁਤ ਜ਼ਿਆਦਾ। ਰਹਿਬਾਂ ਨਾਮ ਦੀ ਜੋ ਲੜਕੀ ਸੀ, ਸੋ ਉੱਥੇ ਹੀ ਉਹ ਮਿੱਟੀ ਦਾ ਟੋਆ ਪੁੱਟ ਕੇ ਉੱਥੇ ਹੀ ਉਹ ਵਿਸ਼ਰਾਮ ਕਰਦੀ ਹੈ। ਉਸ ਦੇ ਪਾਸ ਉੱਥੇ ਹੀ ਉਸਨੇ ਅਰਦਾਸ ਕੀਤੀ। 60 ਕੋਹ ਦਾ ਉਸ ਤੋਂ ਫਾਸਲਾ ਸੀ, ਮੱਕੇ ਤੋਂ ਉਸਦਾ, ਉਸ ਲੜਕੀ ਦਾ। ਸੋ ਉੱਥੇ ਉਸਨੇ ਅਰਦਾਸ ਬੇਨਤੀ ਕੀਤੀ ਕਿ ਇਹ ਅੱਲਾਹ ਤਾਲਾ, ਮੈਨੂੰ ਇੱਥੇ ਤੁਸੀਂ ਆ ਕੇ ਦਰਸ਼ਨ ਦੇ ਦਿਓ। ਸੋ ਉਸ ਜਗ੍ਹਾ ਉੱਪਰ ਹੀ ਕਾਬੇ ਨੇ ਜਾ ਕੇ ਉੱਥੇ ਦਰਸ਼ਨ ਦਿੱਤੇ। ਸੋ ਉਸ ਨੂੰ ਉੱਥੇ ਹੀ ਦਰਸ਼ਨ ਹੋ ਗਏ, ਜਿਸ ਤਰ੍ਹਾਂ ਸਾਨੂੰ ਘਰ ਬੈਠੇ ਹੀ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਜਾਣ। ਅਸੀਂ ਸੁਰਤ ਆਪਣੀ ਟਿਕਾ ਕੇ ਦਰਸ਼ਨ ਕਰੀਏ, ਸਾਨੂੰ ਦਰਸ਼ਨ ਇੱਥੇ ਵੀ ਹੋ ਜਾਣਗੇ। ਸਾਨੂੰ ਉਸੇ ਤਰ੍ਹਾਂ ਹੀ ਸਾਨੂੰ ਦ੍ਰਿਸ਼ ਵੀ ਦਿਖਣ ਲੱਗ ਜਾਏਗਾ ਕਿ ਜਿਵੇਂ ਅਸੀਂ ਉੱਥੇ ਹੀ ਬੈਠੇ ਹਾਂ। ਸੋ ਇਹ ਸੁਰਤੀ ਬਿਰਤੀ, ਉੱਚੀ ਸੁਰਤੀ ਬਿਰਤੀਆਂ ਦੀਆਂ ਗੱਲਾਂ ਨੇ ਸਾਧ ਸੰਗਤ ਜੀ ਸਾਰੀਆਂ। ਸੋ ਰਹਿਬਾਂ ਦੀ ਸੁਰਤ ਬਿਰਤ ਬਹੁਤ ਉੱਚੀ ਸੀ। ਉਹ ਪਰਮੇਸ਼ਰ ਵਿੱਚ ਅਭੇਦ ਪੁਰਸ਼ ਸੀ। ਸੋ ਉਹਨੂੰ ਉੱਥੇ ਹੀ ਦਰਸ਼ਨ ਹੋ ਗਏ ਅਤੇ ਸਾਰੇ ਜੀਵ ਜੰਤੂ ਜਿਹੜੇ ਵਿਰੋਧੀ ਸਨ ਉਹ ਵੀ ਉਹਦੇ ਕੋਲ ਆ ਕੇ ਬੈਠ ਗਏ, ਕਿਉਂਕਿ ਜਦ ਕੋਈ ਈਰਖਾ ਨਹੀਂ ਨਾ ਕਰਦਾ ਹੁੰਦਾ, ਸੋ ਇਹ ਜਿਹੜੇ ਜੰਗਲੀ ਜੀਵ ਨੇ ਉਹ ਵੀ ਫਿਰ ਈਰਖਾ ਨਹੀਂ ਕਰਦੇ ਹੁੰਦੇ। ਜਿਸ ਤਰ੍ਹਾਂ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਹੋਏ ਨੇ ਸਾਧ ਸੰਗਤ ਜੀ, ਇਹ ਜਦੋਂ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ ਤਾਂ ਰਸਤੇ ਵਿੱਚ ਜਦੋਂ ਰਾਤ ਪੈ ਗਈ ਤਾਂ ਰਾਤ ਨੂੰ ਉੱਥੇ ਇਹਨਾਂ ਨੇ ਵਿਸ਼ਰਾਮ ਕੀਤਾ। ਇਹਨਾਂ ਦੇ ਪਾਸ ਸ਼ੇਰ ਆਇਆ। ਸ਼ੇਰ ਆਸੇ ਪਾਸੇ ਇਹਨਾਂ ਦੀ ਪਰਿਕਰਮਾ ਕਰਕੇ ਇਹਨਾਂ ਨੂੰ ਨਮਸਕਾਰ ਕਰਕੇ ਚਲਾ ਗਿਆ, ਪਰ ਇਹਨਾਂ ਨੂੰ ਖਾਧਾ ਨਹੀਂ। ਤਾਮਸੀ ਬਿਰਤੀ ਦਾ ਮਨੁੱਖ ਹੈ, ਜੀਵ ਹੈ ਜਿਹੜਾ ਸ਼ੇਰ ਹੈ, ਉਹ ਜੀਵ ਨੂੰ ਖਾ ਲੈਂਦਾ ਹੈ, ਪਰ ਉਹ ਸ਼ੇਰ ਨੇ ਖਾਧਾ ਨਹੀਂ, ਸਗੋਂ ਨਮਸਕਾਰ ਕਰਕੇ ਚਲਾ ਗਿਆ। ਸਾਧ ਸੰਗਤ ਜੀ, ਉਹਨਾਂ ਉੱਪਰ ਵੀ ਨਾਮ ਦਾ ਅਸਰ ਪੈਂਦਾ ਹੈ। ਸੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਹੀ ਵਿਰੋਧੀ ਜਿਹੜੇ ਜੀਵ ਸਨ ਉਹ ਰਹਿਬਾਂ ਨਾਮ ਦੀ ਲੜਕੀ ਦੇ ਆਲੇ ਦੁਆਲੇ ਬੈਠੇ ਨੇ। ਜਿਵੇਂ ਸ਼ੇਰ ਵੀ ਬੈਠਾ ਹੈ, ਬੱਕਰੀ ਵੀ ਬੈਠੀ ਹੈ, ਚੀਤਾ ਬਘਿਆੜ ਵੀ ਬੈਠਾ ਹੈ, ਹੋਰ ਜਿਹੜੇ ਉੜਨ ਵਾਲੇ ਪੰਛੀ ਨੇ ਉਹ ਵੀ ਬੈਠੇ ਨੇ। ਸੋ ਜਦੋਂ ਮੁਹੰਮਦ ਸਾਹਿਬ ਮੱਕੇ ਦੇ ਦਰਸ਼ਨ ਕਰਨ ਗਏ ਤਾਂ ਉੱਥੇ ਉਹਨੂੰ ਦਰਸ਼ਨ ਨਾ ਹੋਏ। ਦਰਸ਼ਨ ਨਾ ਹੋਏ ਤਾਂ ਉਹਨਾਂ ਨੇ ਦੇਖਿਆ ਵੀ ਇੱਥੇ ਦਰਸ਼ਨ ਨਹੀਂ ਹੋ ਰਹੇ। ਤਾਂ ਕਿਸੇ ਨੇ ਦੱਸਿਆ ਕਿ ਮੱਕਾ ਤਾਂ ਇੱਥੋਂ 60 ਕੋਹ ਦੇ ਫਾਸਲੇ ਦੇ ਉੱਪਰ ਇੱਕ ਕੋਈ ਪਰਮੇਸ਼ਰ ਦੀ ਭਗਤਣੀ ਹੈ, ਰਹਿਬਾਂ ਨਾਮ ਦੀ ਲੜਕੀ ਹੈ, ਉਹਨੂੰ ਦਰਸ਼ਨ ਦੇਣ ਵਾਸਤੇ ਗਿਆ। ਤਾਂ ਉੱਥੇ ਹੀ ਮੁਹੰਮਦ ਸਾਹਿਬ ਆ ਜਾਂਦੇ ਨੇ
ਮੁਹੰਮਦ ਸਾਹਿਬ ਆ ਕੇ ਜਦ ਉੱਥੇ ਆਉਂਦੇ ਨੇ ਤਾਂ ਉੱਥੇ ਉਸਨੇ ਦਰਸ਼ਨ ਕੀਤੇ ਔਰ ਉਸ ਲੜਕੀ ਨੂੰ ਵੀ ਨਮਸਕਾਰ ਕੀਤੀ ਕਿ ਧੰਨ ਹੈ ਇਹ ਬੇਟੀ, ਕਿ ਤੇਰੀ ਭਗਤੀ ਧੰਨ ਹੈ। ਤਾਂ ਉਸਨੇ ਇੱਕ ਪ੍ਰਸ਼ਨ ਵੀ ਪੁੱਛਿਆ, ਤਾਂ ਕਿਉਂਕਿ ਇਉਂ ਬਾਤ ਸੀ ਨਾ, ਕਿਉਂ ਜਿਹੜੇ ਉਹ ਪੰਛੀ ਸੀ ਨਾ, ਸਾਰੇ ਜੀਵ ਜੰਤ ਸੀ, ਉਹ ਮੁਹੰਮਦ ਸਾਹਿਬ ਦੇ ਆਉਣ ਨਾਲੋਂ ਸਾਰੇ ਦੌੜ ਗਏ, ਭੱਜ ਗਏ ਸੀ। ਤਾਂ ਉਸ ਲੜਕੀ ਨੂੰ ਪੁੱਛਿਆ, ਇਹ ਲੜਕੀ, ਇਹ ਮੇਰੇ ਆਉਣ ਨਾਲ ਦੌੜ ਕਿਉਂ ਗਏ? ਤਾਂ ਉਸ ਲੜਕੀ ਨੇ ਆਖਿਆ ਕਿ ਪੀਰ ਜੀ, ਤੁਹਾਡੀ ਤਮੋਗੁਣੀ ਬਿਰਤੀ ਹੈ, ਤੁਸੀਂ ਤਾਮਸੀ ਆਹਾਰ ਖਾਂਦੇ ਹੋ, ਤੁਸੀਂ ਗੋਸ਼ਤ ਖਾਂਦੇ ਹੋ, ਤੁਸੀਂ ਮੀਟ ਖਾਂਦੇ ਹੋ, ਤੁਸੀਂ ਮਾਸ ਖਾਂਦੇ ਹੋ, ਇਸ ਕਰਕੇ ਇਹ ਦੌੜ ਗਏ ਨੇ। ਕਿਉਂਕਿ ਇਹਨਾਂ ਨੂੰ ਸ਼ੰਕਾ ਪੈ ਜਾਂਦਾ ਕਿ ਮਾਸਾਹਾਰੀ ਜੀਵ ਸਾਡੇ ਪਾਸ ਆ ਰਿਹਾ ਅਤੇ ਕਿਤੇ ਸਾਨੂੰ ਮਾਰ ਨਾ ਦੇਵੇ, ਇਹ ਡਰ ਕੇ ਇਸ ਕਰਕੇ ਦੌੜ ਗਏ। ਸੋ ਸਾਧ ਸੰਗਤ ਜੀ, ਉਸ ਲੜਕੀ ਨੂੰ ਨਮਸਕਾਰ ਕੀਤੀ। ਉਸਨੇ ਆਖਿਆ ਕਿ ਮੈਂ ਮਾਸ ਨਹੀਂ ਖਾਂਦੀ, ਮੈਂ ਮਾਸਾਹਾਰੀ ਨਹੀਂ ਹਾਂ, ਮੈਂ ਇਹਨਾਂ ਜੀਵਾਂ ਦੇ ਉੱਪਰ ਦਇਆ ਕਰਦੀ ਹਾਂ। ਇਹ ਦਇਆ ਦਾ ਹੀ ਮੈਨੂੰ ਫਲ ਮਿਲਿਆ ਹੈ ਕਿ ਮੈਨੂੰ ਇੱਥੇ ਮੱਕੇ ਨੇ ਆ ਕੇ ਇੱਥੇ ਮੈਨੂੰ ਦਰਸ਼ਨ ਦਿੱਤੇ ਨੇ। ਸੋ ਸਾਧ ਸੰਗਤ ਜੀ, ਇਹ ਦਇਆ ਦੇ ਕਰਮ ਨੇ। ਸੋ 60 ਕੋਸ ਮੱਕਾ ਮਿਲਿਓ, ਦੇਖ ਦਇਆ ਕੇ ਕਾਮ। ਸੋ ਇਸ ਤਰ੍ਹਾਂ ਕਰਕੇ ਇਹ ਜਾਣੀ ਦਇਆ ਦਾ ਫਲ ਮਿਲਦਾ ਹੈ। 68 ਤੀਰਥਾਂ ਦਾ ਇਸ਼ਨਾਨ ਦਾ ਪੁੰਨ ਫਲ ਮਹਾਰਾਜ ਜੀ ਆਖਦੇ ਨੇ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗਤ ਜੀ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਮਹਾਰਾਜ ਜੀ ਅੱਗੇ ਫਰਮਾਨ ਕਰਦੇ ਨੇ। ਸੋ ਜਿਸ ਤਰ੍ਹਾਂ ਚਲੋ ਹੋਰ ਆਪਾਂ ਦਇਆ ਦੀ ਜੇ ਆਪਾਂ ਗੱਲ ਕਰੀਏ, ਗੁਰੂ ਘਰ ਦੇ ਵਿੱਚ ਦਇਆ ਬਹੁਤ ਜ਼ਿਆਦਾ ਸਾਧ ਸੰਗਤ ਜੀ ਸਿੰਘਾਂ ਨੇ ਕੀਤੀ ਹੈ। ਕਦੇ 1000-1000, 2-2000, 5-5000, 10-10,000 ਇਤਨੀਆਂ ਲੜਕੀਆਂ ਨੂੰ ਗਿਲਜਾਂ ਦੇ ਪਾਸੋਂ ਹੋਰ ਮੁਗਲਾਂ ਦੇ ਪਾਸੋਂ ਮੁਕਤ ਕਰਵਾ ਕੇ, ਇਹ ਬਹੁਤ ਵੱਡੀ ਦਇਆ ਹੈ, ਉਹਨਾਂ ਦੇ ਘਰਾਂ ਵਿੱਚ ਪਹੁੰਚਾਉਂਦੇ ਸਨ। ਸਿੰਘ ਆਪ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਸਨ। ਸੋ ਜੀਵਾਂ ਦੇ ਉੱਪਰ ਦਇਆ ਕਰਦੇ ਸਨ। ਸੋ ਇਸ ਤਰ੍ਹਾਂ ਕਰਕੇ ਗੁਰੂ ਘਰ ਦੇ ਵਿੱਚ ਦਇਆ ਪ੍ਰਵਾਨ ਹੈ। ਅਤੇ ਸਿੱਖ ਲੰਗਰ ਲਾਉਂਦੇ ਨੇ, ਹੋਰ ਦਇਆ ਦੇ ਕਾਰਜ ਹੁੰਦੇ ਨੇ, ਗੁਰੂ ਘਰਾਂ ਦੇ ਵਿੱਚ ਲੰਗਰ ਚੱਲਦੇ ਨੇ ਅਤੇ ਪ੍ਰਸ਼ਾਦ ਪਾਣੀ ਸਭ ਨੂੰ ਛਕਣ ਨੂੰ ਮਿਲਦਾ ਹੈ। ਸਾਧ ਸੰਗਤ ਜੀ, ਸੋ ਦਇਆ ਦੇ ਕਾਰਜ ਗੁਰੂ ਘਰਾਂ ਦੇ ਵਿੱਚ ਬੇਅੰਤ ਹੋ ਰਹੇ ਨੇ। ਮਹਾਰਾਜ ਆਖਦੇ ਨੇ ਕਿ ਉਹਨਾਂ ਨੂੰ 68 ਤੀਰਥਾਂ ਦਾ ਪੁੰਨ ਫਲ ਇੱਥੇ ਹੀ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਕਿ ਦਇਆ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਅੱਗੇ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਉਹੀ ਸਿਆਣਾ ਹੈ, ਉਹੀ ਸੁਘੜ ਸਰੂਪ ਹੈ, ਅਤੇ ਜਿਸ ਦੇ ਉੱਪਰ ਪਰਮੇਸ਼ਰ ਦਇਆ ਕਰਦਾ ਹੈ। ਜਿਸ ਨੂੰ ਦੇਵੇ ਦਇਆ ਕਰ, ਐਸੇ ਗੁਣ ਜਿਨ੍ਹਾਂ ਨੂੰ ਪਰਮੇਸ਼ਰ ਬਖਸ਼ਿਸ਼ ਕਰਦਾ ਹੈ, ਉਹੀ ਪੁਰਖ ਸਿਆਣਾ ਹੈ, ਸਭ ਤੋਂ ਸ੍ਰੇਸ਼ਟ ਪੁਰਸ਼ ਹੈ ਐਸਾ ਪੁਰਖ। ਅਤੇ ਜਿਸ ਨੂੰ ਐਸੀ ਮੱਤ ਦਿੰਦਾ ਹੈ ਨਾਮ ਜਪਣ ਦੀ, ਸੇਵਾ ਕਰਨ ਦੀ, ਜੀਵਾਂ ਦੇ ਉੱਪਰ ਦਇਆ ਕਰਨ ਦੀ, ਐਸੀ ਬਿਰਤੀ ਜਿਨ੍ਹਾਂ ਨੂੰ ਪਰਮੇਸ਼ਰ ਬਖਸ਼ਿਸ਼ ਕਰ ਦਿੰਦਾ ਹੈ, ਉਹ ਸਭ ਤੋਂ ਵੱਧ ਸਿਆਣੇ ਨੇ। ਸੁੰਦਰ ਸਿਆਣਾ ਸੁਘੜ ਸੋਏ, ਜਿਨ ਤਜਿਆ ਅਭਿਮਾਨ, ਜਿਨ੍ਹਾਂ ਨੇ ਅਭਿਮਾਨ ਨੂੰ ਛੱਡ ਦਿੱਤਾ, ਉਹ ਸਿਆਣੇ ਨੇ, ਉਹ ਸਭਨਾਂ ਤੋਂ ਵੱਧ ਸੁੰਦਰ ਨੇ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਪਰਮੇਸ਼ਰ ਪਿਆਰਾ ਅਕਾਲ ਪੁਰਖ ਵਾਹਿਗੁਰੂ ਆ ਕੇ ਮਿਲ ਗਿਆ, ਮਹਾਰਾਜ ਜੀ ਆਖਦੇ ਨੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਅਸੀਂ ਉਹਨਾਂ ਨੂੰ ਬਾਰ-ਬਾਰ ਨਮਸਕਾਰ ਕਰਦੇ ਹਾਂ। ਮਾਗ ਸੁਚੇ ਸੇ ਕਾਂਢੀ ਹੈ, ਜਿਨ ਪੂਰਾ ਗੁਰ ਮਿਹਰਬਾਨ। ਪੂਰਾ ਗੁਰੂ ਜਿਨ੍ਹਾਂ ਦੇ ਉੱਪਰ ਮਿਹਰਬਾਨ ਹੋਵੇ। ਪੂਰੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਪੂਰੇ ਗੁਰੂ ਨੇ। 10 ਪਾਤਸ਼ਾਹੀਆਂ ਪੂਰੇ ਗੁਰੂ ਨੇ। ਪੂਰਾ ਗੁਰੂ ਜਿਸ ਤੇ ਜਿਨ੍ਹਾਂ ਦੇ ਉੱਪਰ ਮਿਹਰਬਾਨ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਮਾਘ ਦੇ ਮਹੀਨੇ ਵਿੱਚ ਉਹਨਾਂ ਨੂੰ ਸੁੱਚੇ ਜਾਣੋ, ਉਹਨਾਂ ਨੂੰ ਸੁੱਚੇ ਹੋਏ ਪ੍ਰਵਾਨ ਹੋਏ ਜਾਣੋ। ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਵੀ ਮੈਲ ਨਹੀਂ ਹੈ।
ਉਹਨਾਂ ਦਾ ਤਨ ਵੀ ਸੱਚਾ, ਮਨ ਵੀ ਸੱਚਾ, ਜਿਨ੍ਹਾਂ ਦੇ ਉੱਪਰ ਪਰਮੇਸ਼ਰ ਦੀ ਕਿਰਪਾ, ਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਸੋ ਸਾਧ ਸੰਗਤ ਜੀ, ਇਹ ਮਹਾਤਮ ਹੈ ਮਾਘ ਦੇ ਮਹੀਨੇ ਦੀ ਸੰਗਰਾਂਦ ਦਾ। ਮਹਾਰਾਜ ਨੇ ਸਾਨੂੰ ਮਹਾਤਮ ਸੁਣਾਇਆ ਹੈ। ਸੋ ਸਿੰਘਾਂ ਨੇ ਸਾਧ ਸੰਗਤ ਜੀ ਬੇਅੰਤ ਕੁਰਬਾਨੀਆਂ ਕੀਤੀਆਂ ਹਨ। ਸੋ ਆਪ ਸ਼ਹੀਦ ਹੋਏ ਸਿੰਘ ਗੁਰੂ ਸਾਹਿਬ ਜੀ ਦੇਖ ਲਓ, ਚਾਰੇ ਪੁੱਤਰ ਸ਼ਹੀਦ ਹੋਏ ਨੇ। ਹੋਰ ਬੇਅੰਤ ਸਿੰਘਾਂ ਨੇ ਮੁਕਤਸਰ ਦੀ ਜੰਗ ਦੇ ਵਿੱਚ 40 ਮੁਕਤੇ ਜਿਨ੍ਹਾਂ ਦਾ ਨਾਮ ਆਖਿਆ ਜਾਂਦਾ ਹੈ, ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਦਰਜਾ ਬਹੁਤ ਵੱਡਾ ਹੈ। ਜਿਹੜਾ ਇਬਰਾਹੀਮ ਪੀਰ ਹੋਇਆ ਹੈ ਇਸਲਾਮ ਦੇ ਵਿੱਚ, ਇਸ ਨੂੰ ਅੱਲਾ ਨੇ ਕਿਹਾ ਕਿ ਤੂੰ ਕੁਰਬਾਨੀ ਦੇ। ਕੁਰਬਾਨੀ ਦੇਣ ਲੱਗਿਆ ਤਾਂ ਆਪਣੇ ਪੁੱਤਰ ਦਾ ਮੋਹ ਜਾਗ ਪਿਆ। ਸਾਧ ਸੰਗਤ ਜੀ, ਮੋਹ ਤੋਂ ਇਹ ਵੀ ਮੁਕਤ ਨਾ ਹੋ ਸਕੇ। ਸੋ ਆਪਣੀਆਂ ਅੱਖਾਂ ਪਰ ਪੱਟੀ ਬੰਨ੍ਹ ਲਈ, ਪਰ ਕੁਰਬਾਨੀ ਨਾ ਦੇ ਸਕਿਆ। ਕੀ ਹੋਇਆ? ਬੱਕਰੇ ਦੀ ਕੁਰਬਾਨੀ ਦੇ ਦਿੱਤੀ, ਬੱਕਰੇ ਦੀ ਗਰਦਨ ਵੱਢ ਦਿੱਤੀ। ਆਪਣੇ ਪੁੱਤਰ ਨੂੰ ਦੀ ਕੁਰਬਾਨੀ ਨਾ ਦੇ ਸਕਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪੁੱਤਰਾਂ ਨੂੰ ਆਪ ਤੋਰਦੇ ਨੇ। ਮਹਾਰਾਜ ਕੋਈ ਘਬਰਾਏ ਨਹੀਂ ਹੋਏ। ਮਹਾਰਾਜ ਦੇ ਨੇਤਰ ਖੁੱਲ੍ਹੇ ਨੇ, ਆਪਣੇ ਨੇਤਰਾਂ ਨਾਲ ਦੇਖ ਵੀ ਰਹੇ ਨੇ। ਜਿਹੜੀ ਚੀਜ਼ ਆਪਾਂ ਨੂੰ ਮਾੜੀ ਲੱਗਦੀ ਹੈ ਅਤੇ ਮਨੁੱਖ ਕਹਿ ਦਿੰਦਾ ਮੇਰੀਆਂ ਅੱਖਾਂ ਤੋਂ ਇਹ ਦੇਖਿਆ ਨਹੀਂ ਜਾਂਦਾ, ਮੈਂ ਦੇਖ ਨਹੀਂ ਸਕਦਾ, ਇਹ ਤਾਂ ਬਹੁਤ ਮਾੜਾ ਕੰਮ ਹੋ ਰਿਹਾ ਹੈ। ਪਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਅੱਖਾਂ 'ਤੇ ਨਹੀਂ ਪੱਟੀ ਬੰਨੀ, ਉਹ ਸਭ ਕੁਝ ਦੇਖ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਜਾ ਬਹੁਤ ਵੱਡਾ ਹੈ। ਸੋ ਸਾਧ ਸੰਗਤ ਜੀ, ਜਾਣੀ ਇਬਰਾਹੀਮ ਪੈਗੰਬਰ ਨੇ ਫਿਰ ਬੱਕਰੀ ਦੀ ਹੀ ਕੁਰਬਾਨੀ ਦਿੱਤੀ, ਆਪਣੇ ਪੁੱਤਰ ਦੀ ਕੁਰਬਾਨੀ ਨਾ ਦੇ ਸਕਿਆ। ਜਿਸ ਤੋਂ ਕਿ ਇਹ ਤਿਉਹਾਰ ਚੱਲਦਾ ਹੈ ਬਕਰੀਦ ਦਾ, ਉਹ ਤੋਂ ਫਿਰ ਬੱਕਰੇ ਵੱਢਣ ਦਾ ਇਹ ਰੀਤ ਚੱਲ ਪਈ। ਪਰ ਇਸ ਵਿੱਚੋਂ ਕੋਈ ਧਾਰਮਿਕ ਸਾਨੂੰ ਕੋਈ ਸਿੱਖਿਆ ਨਹੀਂ ਕੋਈ ਪ੍ਰਾਪਤ ਹੋ ਰਹੀ। ਸੋ ਗੁਰੂ ਸਾਹਿਬ ਦਾ ਜਿਤਨਾ ਇਤਿਹਾਸ ਹੈ, ਇਸ ਵਿੱਚੋਂ ਸਾਨੂੰ ਧਰਮ ਨਾਲ ਜੁੜਨ ਦੀ, ਦਇਆ ਕਰਨ ਦੀ, ਸੇਵਾ ਕਰਨ ਦੀ, ਸਿਮਰਨ ਕਰਨ ਦੀ ਸਾਨੂੰ ਸਿੱਖਿਆ ਮਿਲਦੀ ਹੈ। ਔਰ ਗੁਰੂ ਸਾਹਿਬ ਦੇ ਜਿਹੜੇ ਸਿੰਘ ਸਨ, ਇਹਨਾਂ ਨੇ ਡਟ ਕੇ ਬੇਅੰਤ ਕੁਰਬਾਨੀਆਂ ਦਿੱਤੀਆਂ ਨੇ। ਹੱਸ ਹੱਸ ਕੇ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਆਪ ਜੇ ਪਿਤਾ ਵੀ ਕੁਰਬਾਨ ਹੋ ਰਿਹਾ ਤਾਂ ਪੁੱਤਰ ਵੀ ਕੁਰਬਾਨ ਹੋ ਰਿਹਾ। ਅਤੇ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਇਹਨਾਂ ਨੇ ਚਰਖੜੀਆਂ 'ਤੇ ਚੜ੍ਹੇ ਨੇ। ਪਿਤਾ ਵੀ ਚਰਖੜੀ 'ਤੇ ਚੜ੍ਹਿਆ ਅਤੇ ਪੁੱਤਰ ਵੀ ਚਰਖੜੀ 'ਤੇ ਚੜ੍ਹ ਰਿਹਾ। ਇਉਂ ਨਹੀਂ ਕਿ ਮੇਰੇ ਤੋਂ ਦੇਖਿਆ ਨਹੀਂ ਜਾਣਾ, ਜਾਣੀ ਲੋਭ ਤੋਂ ਬਹੁਤ ਉੱਚੇ ਉੱਠੇ ਹੋਏ ਐਸੇ ਗੁਰਮੁਖ ਰੂਹਾਂ ਸਨ ਇਹ। ਸੋ ਜਾਣੀ ਇਸ ਤਰ੍ਹਾਂ ਕਰਕੇ ਐਸੇ ਗੁਰਮੁਖਾਂ ਦੇ ਵਿੱਚ ਜਿਨ੍ਹਾਂ ਦੇ ਉੱਪਰ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਸਾਰੇ ਵਿਕਾਰਾਂ ਤੋਂ ਮੁਕਤ ਹੁੰਦਾ ਹੈ। ਉਹ ਸੱਚੇ ਗਿਣੇ ਜਾਂਦੇ ਨੇ, ਸਭ ਤੋਂ ਸ਼੍ਰੋਮਣੀ ਗਿਣੇ ਜਾਂਦੇ ਨੇ। ਸੋ ਸਾਧ ਸੰਗਤ ਜੀ, ਐਸਾ ਇਹ ਮਹਾਤਮ ਨਾਮ ਜਪਣ ਦਾ, ਸਿਮਰਨ ਕਰਨ ਦਾ, ਸੇਵਾ ਕਰਨ ਦਾ ਇਹ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਅਤੇ ਹੁਣ ਸਾਧ ਸੰਗਤ ਜੀ, ਆਪਾਂ 2 ਮਿੰਟ ਵਾਸਤੇ ਦੁਬਾਰੇ ਫਿਰ ਉਸੇ ਤਰ੍ਹਾਂ ਹੀ ਆਪਾਂ ਨੇ ਨਾਮ ਜਪਣਾ ਹੈ, ਜਿਸ ਤਰ੍ਹਾਂ ਕਿ ਪਹਿਲਾਂ ਕਿ ਕੰਨਾਂ ਦੁਆਰਾ ਨਾਮ ਨੂੰ ਸੁਣੀਏ, ਰਸਨਾ ਦੁਆਰਾ ਨਾਮ ਨੂੰ ਬੋਲੀਏ। ਮਹਾਰਾਜ ਜੀ ਦਾ ਜੈਸਾ ਕਿ ਫਰਮਾਨ ਹੈ ਕਿ ਹਰ ਕਾ ਨਾਮ ਤੇ ਆਏ ਸੁਣ, ਸਭਨਾਂ ਨੂੰ ਕਰਦਾਨ। ਆਓ ਜੀ ਆਪਾਂ ਦੁਬਾਰੇ ਫਿਰ ਨਾਮ ਜਪੀਏ ਜੀ। ਵਾਹਿਗੁਰੂ ਗੁਰਮੰਤਰ ਦਾ ਆਪਾਂ ਅਭਿਆਸ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ 5 ਮਿੰਟ 10 ਮਿੰਟ ਵਾਸਤੇ ਅਸੀਂ ਰੋਜ਼ਾਨਾ ਅਭਿਆਸ ਪਹਿਲਾਂ ਬਹਿ ਕੇ ਕਰੀਏ, ਫਿਰ ਇਉਂ ਪੱਕੀ ਜਾਏਗਾ ਅਭਿਆਸ। ਸੋ ਇਸ ਤਰ੍ਹਾਂ ਸਾਡਾ ਫਿਰ ਚੱਲਦੇ ਫਿਰਦੇ ਕਾਰੋਬਾਰ ਕਰਦੇ ਹੋਏ ਵੀ ਸਾਡਾ ਅਭਿਆਸ ਚੱਲਦਾ ਰਹੇਗਾ। ਸੋ ਜਾਣੀ ਨਾਮ ਜਪਣਾ ਅਸੀਂ ਜ਼ਰੂਰ ਆਰੰਭ ਕਰੀਏ। ਸੋ ਭਾਈ ਅੰਮ੍ਰਿਤ ਵੇਲੇ ਉੱਠ ਕੇ ਕੰਨਾਂ ਦੁਆਰਾ ਨਾਮ ਨੂੰ ਸੁਣਨਾ, ਮੁੱਖ ਦੁਆਰਾ ਬੋਲਣਾ। ਅਸੀਂ ਬੈਠ ਕੇ ਵੀ ਇਸ ਦਾ ਅਭਿਆਸ ਕੁਝ ਨਾ ਕੁਝ ਸਮਾਂ ਜ਼ਰੂਰ ਸਾਨੂੰ ਕਰਨਾ ਚਾਹੀਦਾ ਹੈ। ਸੋ ਸਾਧ ਸੰਗਤ ਜੀ, ਇਹ ਤਾਂ ਹੀ ਸਾਨੂੰ ਮਾਘ ਦੇ ਮਹੀਨੇ ਦਾ ਸਾਨੂੰ ਸੰਪੂਰਨ ਮਹਾਤਮ ਪ੍ਰਾਪਤ ਹੋਏਗਾ। ਸੋ ਇਸ ਦੇ ਨਾਲ ਸਾਰੇ ਵਿਕਾਰਾਂ ਦਾ ਨਾਸ ਨਾਮ ਦੇ ਦੁਆਰਾ, ਸੇਵਾ ਦੇ ਦੁਆਰਾ, ਸਿਮਰਨ ਦੇ ਦੁਆਰਾ ਇਹ ਖਤਮ ਹੋ ਜਾਏਗਾ ਔਰ ਪਰਮੇਸ਼ਰ ਵਿੱਚ ਸਾਡੀ ਸੁਰਤ ਜੁੜ ਜਾਏਗੀ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਸੋ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਸਾਧ ਸੰਗਤ ਜੀ, ਬੋਲਦਿਆਂ ਹੋਇਆਂ ਤੋਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੋ ਉਹਨਾਂ ਦੀ ਖਿਮਾ ਬਖਸ਼ਣਾ ਜੀ। ਆਓ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਡੀ ਹੈ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।